ਜੇ ਉਮਰਾ ਨੰਗਲ ਦੇ ਖਿਲਾਫ ਟਾਈਮਲੀ ਕਾਰਵਾਈ ਕੋਈ ਵੀ ਸਰਕਾਰ ਕਰ ਦਿੰਦੀ ਤਾਂ ਤੁਹਾਨੂੰ ਲੱਗਦਾ ਬਰਗਾੜੀ ਬਾਈਬਲ ਕਲਾਂ ਹੁੰਦੇ ਹੋਵੇ। 2013 ਦੇ ਵਿੱਚ ਅਸੀਂ ਹਾਈ ਕੋਰਟ ਚਲੇ ਗਏ ਸੀ ਇਹਦੇ ਖਿਲਾਫ SIT ਬਣਾਉਣ ਦੀ, ਤੇ 2015 'ਚ ਇਹ ਕਰਦਾ। ਜੇ CBI ਦਾ ਕੇਸ ਚੱਲਦਿਆਂ ਹੋਇਆਂ ਸੁਮੇਧ ਸੈਣੀ ਨੂੰ ਸਸਪੈਂਡ ਕਰ ਦਿੰਦੇ, ਉਹਦਾ ਸੀਲਡ ਕਵਰ ਪ੍ਰੋਸੀਜਰ ਫੋਲੋ ਹੋ ਜਾਂਦਾ, ਤੇ ਕੀ ਸੁਮੇਧ ਸੈਣੀ ਕਦੇ ਇਹੋ ਜਿਹੇ ਆਰਡਰ ਦਿੰਦੇ? ਪੋਸੀਬਲ ਵੀ ਹੈ ਕਿ ਇਹ ਸਿਆਸਤਦਾਨ ਦੀ ਕਮਜ਼ੋਰੀ ਹੈ ਜਾਂ ਜਿਹੜੇ ਤੱਥ ਨੇ, ਜਿਹੜੀ ਹਕੀਕਤ ਨੂੰ ਇਸ ਤਰ੍ਹਾਂ ਘੁਮਾ ਦਿੱਤਾ ਗਿਆ ਹੈ ਕਿ ਕੋਈ ਇਹਨੂੰ ਸੁਲਝਾ ਨਹੀਂ ਪਾਏਗਾ ਅੱਜ ਤੱਕ। ਉਸ ਧਰਨੇ ਦੇ ਵਿੱਚ ਇੰਨੀ ਬਰਕਤ ਹੈ ਕਿ 3 ਸਰਕਾਰਾਂ ਬਦਲ ਗਈਆਂ, 4 ਚੀਫ ਮਿਨਿਸਟਰਸ ਬਦਲ ਗਏ। ਮੈਂ ਤੁਹਾਡੀ ਚੈਨਲ ਤੇ ਕਹਿ ਰਿਹਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਅਰਦਾਸ ਜਿਹੜੀ ਉਸ ਵੇਲੇ ਲੋਕ ਪਾਠ ਕਰ ਰਹੇ ਸੀ, ਔਰ ਉਸ ਪਾਠ ਤੋਂ ਬਾਅਦ ਅੱਜ ਤੱਕ ਜੋ ਅਰਦਾਸਾਂ ਉਸ ਚੀਜ਼ 'ਤੇ ਚੱਲ ਰਹੀਆਂ, ਮੇਰੇ ਤੋਂ ਅੱਜ ਲਿਖਾ ਕੇ ਲੈ ਲਓ, ਇਨਸਾਫ ਤਾਂ ਹੋਣਾ ਹੀ ਹੋਣਾ। ਜੇ ਕੋਈ ਬੰਦਾ ਖਾਕੀ ਵਰਦੀ ਪਾ ਕੇ ਸੋਚਦਾ ਉਹ ਰੱਬ ਬਣ ਗਿਆ, ਉਹ ਗਲਤਫਹਿਮੀ ਰੱਬ ਨੇ ਕੱਢ ਦੇਣੀ। ਜੇ ਅਕਾਲੀਜ਼ ਵੱਲੋਂ ਕੋਈ ਕਦਮ ਚੁੱਕਿਆ ਗਿਆ ਤੇ ਕਾਂਗਰਸ ਗਵਰਨਮੈਂਟ ਪਾਵਰ ਦੇ ਵਿੱਚ ਡਰੱਗਸ ਐਂਡ ਬਰਗਾੜੀ ਬਾਈਬਲ ਕਰਦੀ ਹੈ, ਦ ਚੀਫ ਮਿਨਿਸਟਰ ਕੁਡ ਨਾਟ ਕੰਪਲੀਟ ਹਿਸ ਟਰਮ। ਔਰ ਕੋਈ ਛੋਟੀ ਗੱਲ ਨਹੀਂ ਹੈ। ਕੈਪਟਨ ਸਾਹਿਬ ਦਾ ਇੱਕ ਸਟੇਚਰ ਸੀ, ਉਹਨਾਂ ਨੂੰ 5 ਸਾਲ ਪੂਰੇ ਨਹੀਂ ਕਰਨ ਦਿੱਤੇ ਗਏ। ਔਰ ਅੱਜ ਜੇ ਅਸੀਂ ਸਰਕਾਰ ਨੂੰ ਦੇਖੀਏ ਤੇ SIT ਬਣਾਤੀ, SIT ਤੋਂ ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਕੰਕਲੂਡ ਹੋਈ। ਤੁਸੀਂ ਆਪ ਸੋਚੋ, ਬੇਅਦਬੀ ਕਰਕੇ ਕੋਈ ਪੋਲੀਟੀਕਲ ਮਾਈਲੇਜ ਨਹੀਂ ਲੈ ਸਕਦਾ। LK ਯਾਦਵ ਜੀ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਹਿਲਾਂ ਉਹ ਇਨਵੈਸਟੀਗੇਸ਼ਨ ਕੰਕਲੂਡ ਹੋਊਗੀ, ਫਿਰ ਦੂਜੀ SIT ਮਿਸਟਰ ਨੌਨਿਹਾਲ ਵਾਲੀ ਕਰੂਗੀ, ਜੋ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ। ਸੋ ਆਈਲ ਫੋਕਸ ਪਹਿਲਾਂ LK ਯਾਦਵ ਜੀ ਦੀ ਇਨਵੈਸਟੀਗੇਸ਼ਨ ਤੇ। ਉਹਨਾਂ ਦੀ SIT ਨੂੰ ਲੈ ਕੇ ਇੱਕ ਕੰਪਲੇਂਟ ਦਿੱਤੀ ਗਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ। ਹੁਣ ਜੇ ਤੁਸੀਂ ਉਸ ਕੇਸ ਨੂੰ ਲਓਗੇ, ਕੱਲ੍ਹ ਨੂੰ ਜੇ ਇਹਨਾਂ ਦੀ SIT ਕੰਕਲੂਡ ਕਰ ਦਿੰਦੀ ਹੈ ਇਨਵੈਸਟੀਗੇਸ਼ਨ, ਔਰ ਇੱਥੇ ਉਹ ਕੰਪਲੇਂਟ ਕੇਸ ਦੇ ਵਿੱਚ ਸਮਨਿੰਗ ਹੋ ਜਾਂਦੀ ਹੈ ਉਸੇ SIT ਦੀ, ਇਹ ਸਾਰੇ ਆਫਿਸਰਸ ਬਾਈ ਨੇਮ ਪਾਰਟੀ ਨੇ ਉਹਦੇ ਵਿੱਚ SIT ਦੇ ਮੈਂਬਰਸ, ਤੇ ਮੈਨੂੰ ਦੱਸੋ ਇਨਵੈਸਟੀਗੇਸ਼ਨ ਨਹੀਂ ਸੈਟ ਅਸਾਈਡ ਹੋ ਜੂਗੀ? ਇਹ ਚੀਜ਼ ਇੱਕ ਬਹੁਤ ਵੱਡਾ ਰਸਤੇ ਦਾ ਰੋੜਾ ਬਣੂਗੀ ਕੱਲ੍ਹ ਨੂੰ। ਇਹ ਕੋਈ ਛੋਟਾ ਐਲੀਗੇਸ਼ਨ ਨਹੀਂ ਹੈ। ਤੁਸੀਂ ਦਸੰਬਰ ਵਿੱਚ ਦੇਖ ਸਕਦੇ हैं कि एक और हेडलाइन आने वाली है कि एक और SIT खाली होगी। ਹੁਣ BJP ਕਹਿੰਦੀ ਕਿ ਅਸੀਂ ਆਵਾਂਗੇ ਤਾਂ ਅਸੀਂ ਇਨਸਾਫ ਦਿਲਾਵਾਂਗੇ। ਪੋਲੀਟੀਕਲ ਪਾਰਟੀ ਦੇ ਅਸ਼ੋਰੈਂਸਸ ਬਾਰੇ ਮੈਂ ਕਮੈਂਟ ਨਹੀਂ ਕਰਨਾ। ਕਿਸੇ ਆਪਣੇ ਜੋਸ਼ ਜਾ ਕੇ ਕਹਿ ਆਉਂਦੇ ਕਿ ਵੀ ਹਾਂ ਮੈਂ ਕਰਾ ਦਾਂਗਾ, ਕੋਈ ਕਹਿੰਦਾ ਮੈਂ ਸੱਤਾ ਵਿੱਚ ਆਉਂਦੇ ਹੀ ਕਰਾ ਦਾਂਗਾ, ਮੈਂ 24 ਘੰਟੇ 'ਚ ਕਰਾਵਾਂਗਾ। ਹੁਣ ਕੁਲਤਾਰ ਸੰਧਵਾ ਜੀ ਟਾਈਮ ਮੰਗ ਕੇ ਆਏ ਹੋਏ ਆ। ਮੈਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਕਹਿ ਰਿਹਾ, ਕਿਸੇ ਦੇ ਅਗੇਂਸਟ ਨਹੀਂ ਕਹਿ ਰਿਹਾ, ਇਹਦੇ ਤਾਂ ਸਾਰੀ ਪਾਰਟੀਜ਼ ਹੀ ਰਗੜਾ ਖਾ ਗਈ। ਬਟ ਆਈ ਥਿੰਕ ਇਟ ਇਜ਼ ਟਾਈਮ ਕਿ ਜਿਹੜੇ ਪੰਜਾਬ ਦੇ ਲੋਕ ਇਨਸਾਫ ਮੰਗ ਰਹੇ ਹੈ ਉਹ ਦੇ ਦਿੱਤਾ ਜਾਵੇ। ਜਦ ਇੰਨੀਆਂ ਗਵਾਹੀਆਂ ਹੋਣ ਕਿ ਗੋਲੀਆਂ ਵੱਜੀਆਂ, ਇਹ ਸਭ ਵੱਜੀਆਂ, ਉਹਨਾਂ ਵਿੱਚ ਉਮਰਾ ਨੰਗਲ ਦਾ ਨਾਰਕੋ ਟੈਸਟ ਜ਼ਰੂਰੀ ਕਿਉਂ ਹੈ? ਸੁਮੇਧ ਸੈਣੀ ਨੇ ਉਹਨੂੰ ਭੇਜਿਆ ਹੈ, ਬਾਅਦ ਦੇ ਵਿੱਚ ਕੋਈ ਰਿਟਨ ਆਰਡਰ ਵੀ ਨਹੀਂ ਇਸ਼ੂ ਕੀਤਾ, ਇਹ ਵੀ ਫੈਕਟ ਐਡਮਿਟਡ ਹੈ। ਉਮਰਾ ਨੰਗਲ ਅਦਰਵਾਈਜ਼ ਫੋਰਸ ਲੈ ਕੇ ਨਹੀਂ ਜਾ ਸਕਦਾ ਸੀ। ਜਿਹੜਾ ਉਮਰਾ ਨੰਗਲ ਦੇ ਨਾਲ ਉੱਥੇ SP ਗਿਆ ਹੈ ਵਿਦ ਦ ਫੋਰਸ, ਉਹ ਸੁਮੇਧ ਸੈਣੀ ਨਾਲ ਦਿੱਲੀ CBI ਕੇਸ ਦੇ ਵਿੱਚ ਟ੍ਰਾਇਲ ਫੇਸ ਕਰ ਰਹੇ। ਇਹ ਜਦੋਂ ਲਿੰਕਸ ਇੰਨੇ ਬਾਹਰ ਆ ਗਏ ਤੇ ਹੋਰ ਇਹਨਾਂ ਨੂੰ ਕਾਹਦੀ ਵੇਟ ਹੈ? ਇਹ ਤਾਂ ਬੜਾ ਕਲੀਅਰ ਕਿ ਮਤਲਬ ਲਾਅ ਦੀ ਉਲੰਘਣਾ। ਸੀਨੀਅਰ ਆਫੀਸਰ ਦਾ ਆਰਡਰ ਹੈ, DGP ਤੱਕ ਤਾਂ ਆ ਜਾਓ ਤੁਸੀਂ ਪਹਿਲਾਂ। ਜਦੋਂ ਤੱਕ ਤੁਹਾਨੂੰ ਸੈਣੀ ਦੀ ਲਾਇਬਿਲਿਟੀ ਵੀ ਨਹੀਂ ਨਜ਼ਰ ਆ ਰਹੀ, ਤੇ ਉਸ ਤੋਂ ਅੱਗੇ ਆਪਾਂ ਕੀ ਗੱਲ ਕਰਨੀ ਹੈ? ਪਹਿਲਾਂ ਸੈਣੀ ਤੱਕ। ਉਮਰਾ ਨੰਗਲ ਦੇ ਖਿਲਾਫ ਕਿੰਨੇ ਕੇਸਿਸ ਪੈਂਡਿੰਗ ਤੁਸੀਂ ਮੈਨੂੰ ਦੱਸੋ। ਇੱਕ RTI ਪਾ ਕੇ ਦੇਖੋ, ਜੇ ਤੁਹਾਨੂੰ ਪੰਜਾਬ ਪੁਲਿਸ ਦੇ ਹੈੱਡਕੁਆਰਟਰਸ 'ਚੋਂ ਜਾਂ CM ਆਫਿਸ 'ਚੋਂ ਵੀ ਉਹਦਾ ਜਵਾਬ ਮਿਲ ਜੇ, ਤੇ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ, ਆਈਲ ਚੇਂਜ ਮਾਈ ਨੇਮ, ਮੈਂ ਚੈਲੰਜ ਦੇ ਰਿਹਾ। ਜੇ ਤੁਸੀਂ ਬਰਗਾੜੀ ਬਾਈਬਲ ਕਲਾਂ 'ਚ ਡਿਲੇ ਕਰ ਰਹੇ ਹੋ, ਤੁਸੀਂ ਉਸ ਆਫਿਸਰ ਨੂੰ ਹੋਰ ਕ੍ਰਾਈਮਸ ਕਮਿਟ ਕਰਨ ਦੀਆਂ ਚੀਜ਼ਾਂ ਦੇ ਰਹੇ ਹੋ। ਉਮਰਾ ਨੰਗਲ ਦਾ ਇੱਕ ਡਰੱਗ ਕੇਸ ਦੇ ਵਿੱਚ ਨਾਂ ਆਇਆ ਸੀ ਰਾਜਾ ਕੰਡੋਲਾ ਨਾਲ। ਮੈਂ ਇਸ SIT ਕੋਲ ਬਾਈ ਨੇਮ ਐਜ਼ ਅ ਲਾਇਰ ਆਪਦੇ ਵੱਲੋਂ ਕੰਪਲੇਂਟ ਦਿੱਤੀ ਹੈ ਕਿ ਜੀ ਆਹ ਰਾਜਾ ਕੰਡੋਲਾ ਦੇ ਡਰੱਗ ਕੇਸ ਦੇ ਵਿੱਚ ਨਾਂ ਆ ਰਿਹਾ, ਆਹ ਉਹਦੀ ਸਟੇਟਮੈਂਟ ਹੈ, ਆਹ ਪ੍ਰੂਫ ਹੈ, ਪਲੀਜ਼ ਇਹਦੀ ਇਨਕੁਆਇਰੀ ਕੀਤੀ ਜਾਵੇ। ਉਸ ਤੋਂ ਇਲਾਵਾ ਉਮਰਾ ਨੰਗਲ ਦੀ ਕਰਪਸ਼ਨ ਨੂੰ ਲੈ ਕੇ ਮੈਂ ਕੰਪਲੇਂਟ ਦਿੱਤੀ ਹੈ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਕੰਪਲੇਂਟਸ ਤੁਸੀਂ ਕਿਤੇ ਦਿੰਦੇ ਹੋ, ਕੋਗਨੀਜ਼ੇਬਲ ਆਫੈਂਸ ਰਿਪੋਰਟ ਹੋ ਰਿਹਾ, ਤੇ ਪੁਲਿਸ ਇਜ਼ ਡਿਊਟੀ ਬਾਉਂਡ ਟੂ ਰਜਿਸਟਰ ਐਨ FIR। ਇੱਥੇ FIR ਛੱਡੋ, ਇਨਕੁਆਇਰੀ ਵੀ। ਪੰਜਾਬ ਦੇ ਕਈ ਮੁੱਦੇ ਇੱਦਾਂ ਦੇ ਨੇ। ਪੰਜਾਬ ਦੀ ਰਾਜਧਾਨੀ ਨਹੀਂ ਹੈ, ਪੰਜਾਬ ਨੂੰ ਪਾਣੀਆਂ ਦਾ, ਆਪਣੇ ਪਾਣੀਆਂ 'ਤੇ ਹੱਕ ਨਹੀਂ ਹੈਗਾ। ਪੰਜਾਬ ਦੇ ਜਿਹੜੇ 84 ਦੇ ਜ਼ਖਮ ਲੱਗੇ, ਉਹ ਇਹਨਾਂ ਦਰਦਾਂ ਤੋਂ ਸ਼ੁਰੂ ਹੋਏ ਸੀਗੇ। ਅੱਜ ਅਸੀਂ ਵੇਖ ਰਹੇ ਹਾਂ 2015 ਤੋਂ ਸ਼ੁਰੂ ਹੋਈ ਕਹਾਣੀ ਅੱਜ ਵੀ ਚੱਲਦੀ ਆ ਰਹੀ ਹੈ। ਸਾਨੂੰ ਬਰਗਾੜੀ ਬਾਈਬਲ
ਕਿਸੇ ਦਾ ਇਨਸਾਫ ਤਾਂ ਦੂਰ ਦੀ ਗੱਲ, ਅਜੇ ਤੱਕ ਸੱਚ ਸਾਹਮਣੇ ਆਉਣ ਨਹੀਂ ਤਾਂ ਜਾਂਦਾ। ਭਾਵੇਂ ਲੋਕ ਆਪਣੇ ਦਿਲਾਂ ਵਿੱਚ ਫੈਸਲਾ ਕਰ ਚੁੱਕੇ ਨੇ, ਹਰ ਚੋਣ ਵਿੱਚ ਆਪਣਾ ਫੈਸਲਾ ਸੁਣਾ ਚੁੱਕੇ ਨੇ, ਇੱਕ ਆਸ ਫਿਰ ਵੀ ਹੈ ਕਿ ਕੋਈ ਇਸ ਤਰ੍ਹਾਂ ਦੀ ਸਰਕਾਰ ਆਵੇਗੀ, ਜਾਂ ਹੁਣ ਤੀਜੀ ਸਰਕਾਰ ਆ ਚੁੱਕੀ ਹੈ, ਜੋ ਮੰਨੇਗੀ ਔਰ ਕਹੇਗੀ ਹਾਂ ਇਹ ਗੁਨਾਹ ਪੰਜਾਬ ਦੀ ਆਪਣੀ ਸਰਕਾਰ ਵੱਲੋਂ, ਆਪਣੇ ਅਫਸਰਾਂ ਵੱਲੋਂ ਪੰਜਾਬੀਆਂ ਤੇ ਕੀਤਾ ਗਿਆ। ਪਰ ਅਜੇ ਇੱਕ ਹੋਰ ਡੈਡਲਾਈਨ ਆਉਣ ਵਾਲੀ ਹੈ 3 ਨਵੰਬਰ ਨੂੰ। ਪਰ ਕੀ ਅਸੀਂ ਸਿਆਸਤਦਾਨ ਤੇ ਡਿਪੈਂਡ ਕਰ ਸਕਦੇ ਹਾਂ? ਮੇਰੇ ਨਾਲ ਅੱਜ ਇੱਕ ਐਸੇ ਸ਼ਖਸ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਸਭ ਜਾਣਦੇ ਹੋ ਔਰ ਉਹਨਾਂ ਤੇ ਵਿਸ਼ਵਾਸ ਕਰਦੇ ਹੋ, ਕਿਉਂਕਿ ਐਡਵੋਕੇਟ ਪ੍ਰਦੀਪ ਵਿਰਕ ਨੇ ਆਪਣੀ ਪੂਰੀ ਹਿੰਮਤ ਲਗਾ ਕੇ ਇੱਕ ਐਸਾ ਸੱਚ ਸਾਡੇ ਸਾਹਮਣੇ ਪੇਸ਼ ਕਰਨ ਦੀ ਲੜਾਈ ਸ਼ੁਰੂ ਕੀਤੀ ਹੈ ਜੋ ਕੋਈ ਸਫਲ ਹੋ ਨਹੀਂ ਪਾਇਆ। ਸੋ ਉਹਨਾਂ ਤੋਂ ਅੱਜ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੀ ਕਿ ਜਿਹੜੀ ਅਸੀਂ ਆਸ ਲਗਾ ਰਹੇ ਹਾਂ, ਕਿ ਉਹ ਆਸ ਵੀ ਸਹੀ ਹੈ। ਜੇ ਆਸ ਚਲਦੀ ਰਹੀ, ਉਹਦਾ ਸਾਡੇ ਪੰਜਾਬ ਉੱਤੇ ਹੋਰ ਕਿੰਨੇ ਡੂੰਘੇ ਅਸਰ ਹੋ ਸਕਦੇ ਆ। ਸੋ ਪ੍ਰਦੀਪ ਜੀ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਆਈ ਨੋ ਤੁਸੀਂ ਬਹੁਤ ਟਾਈਮ ਕੱਢ ਕੇ ਤੇ ਬੜੀ ਡੂੰਘੀ ਰਿਸਰਚ ਕਰਕੇ ਤੁਸੀਂ ਹਰ ਚੀਜ਼ ਕਰਦੇ ਹੈਗੇ ਹੋ। ਸੋ ਜਿਵੇਂ ਤੁਸੀਂ ਸੁਮੇਧ ਸੈਣੀ ਦੇ ਕੇਸ ਤੇ, ਮਤਲਬ ਨਾਟ ਐਜ਼ ਅ ਵਕੀਲ, ਆਈ ਥਿੰਕ ਡਿਫਰੈਂਟ ਪੈਸ਼ਨ ਨਾਲ ਤੁਸੀਂ ਉੱਤੇ ਕੰਮ ਕੀਤਾ ਹੈ। ਤੁਸੀਂ ਇਸ ਬਰਗਾੜੀ ਬਾਈਬਲ ਤੇ ਵੀ ਰਿਸਰਚ ਕੀਤੀ ਹੈ, ਤੇ ਸਾਡੇ ਦਰਸ਼ਕਾਂ ਵਾਸਤੇ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਅਸੀਂ ਕਰਨਾ ਚਾਹੁੰਦੇ ਹਾਂ ਕਿ ਪੋਸੀਬਲ ਵੀ ਹੈ ਕਿ ਇਹ ਸਿਆਸਤਦਾਨ ਦੀ ਕਮਜ਼ੋਰੀ ਹੈ, ਜਾਂ ਜਿਹੜੇ ਤੱਥ ਨੇ, ਜਿਹੜੀ ਹਕੀਕਤ ਨੂੰ ਇਸ ਤਰ੍ਹਾਂ ਘੁਮਾ ਦਿੱਤਾ ਗਿਆ ਹੈ ਕਿ ਕੋਈ ਇਹਨੂੰ ਸੁਲਝਾ ਨਹੀਂ ਪਾਏਗਾ ਅੱਜ ਤੱਕ। ਮੈਮ, ਪਹਿਲੀ ਗੱਲ ਮੈਂ 2 ਹਿੱਸਿਆਂ 'ਚ ਫਿਰ ਇਸ ਗੱਲ ਨੂੰ ਡਿਵਾਈਡ ਕਰਕੇ ਕਹਾਂਗਾ। ਪਹਿਲੀ ਗੱਲ ਤਾਂ ਮੇਰੇ ਵਿਸ਼ਵਾਸ ਵਾਲੀ, ਜਿੱਥੋਂ ਮੈਂ ਸ਼ੁਰੂ ਕਰਾਂਗਾ। ਪੰਜਾਬੀਆਂ ਨੇ ਇਸ ਕੇਸ ਦੇ ਵਿੱਚ ਇੱਕ ਬੜਾ ਹੀ ਵੱਖਰਾ, ਜਿਵੇਂ ਪੰਜਾਬੀਆਂ ਦੀ ਆਦਤ ਹੈ ਕਿ ਹਰ ਚੀਜ਼ ਇੰਨੀ ਸੋਹਣੇ ਤਰੀਕੇ ਨਾਲ ਕਰਦੇ ਹੈ ਕਿ ਵੇਖਣ ਵਾਲੇ ਨੂੰ ਵੀ ਲੱਗਦਾ ਹੈ ਕਿ ਯਾਰ ਕੀ ਟ੍ਰੈਂਡ ਸੈਟਰਸ ਨੇ। ਪੰਜਾਬੀਆਂ ਦੇ ਟ੍ਰੇਟਸ ਕੀ ਨੇ? ਦਲੇਰੀ, ਮਿਹਨਤ ਦੀ ਆਦਤ ਐਂਡ ਅਣਖ ਨਾਲ ਜਿਉਣਾ। ਹੁਣ ਦੇਖੋ, ਧਰਨੇ ਤਾਂ ਦੁਨੀਆ 'ਚ ਲੱਗਦੇ ਹੈ। ਇਹਨਾਂ ਨੇ ਧਰਨੇ ਕੀ ਦਿੱਤੇ? ਪਾਠ ਕਰਦਿਆਂ ਹੋਇਆ। ਮੈਂ ਉਸ ਚੀਜ਼ ਤੇ ਬਹੁਤ ਇੰਪ੍ਰੈਸ ਹੋਇਆ। ਮਤਲਬ ਜੇ ਮੈਨੂੰ ਵੀ ਕਦੇ ਜ਼ਿੰਦਗੀ 'ਚ ਕਿਤੇ ਇੱਕ ਐਗਜ਼ਾਮਪਲ ਦੇਣੀ ਪਵੇ ਕਿ ਯਾਰ ਧਰਨਾ ਦੇਣਾ ਹੈ, ਹਾਂ ਯਾਰ ਆਓ ਪਾਠ ਕਰੀਏ ਬੈਠ ਕੇ ਧਰਨਾ। ਕਿਉਂ? ਉਸ ਧਰਨੇ ਦੇ ਵਿੱਚ ਇੰਨੀ ਬਰਕਤ ਹੈ ਕਿ 3 ਸਰਕਾਰਾਂ ਬਦਲ ਗਈਆਂ, 4 ਚੀਫ ਮਿਨਿਸਟਰਸ ਬਦਲ ਗਏ। ਮੈਂ ਅੱਜ ਤੁਹਾਡੀ ਚੈਨਲ ਤੇ ਕਹਿ ਰਿਹਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਅਰਦਾਸ ਜਿਹੜੀ ਉਸ ਵੇਲੇ ਲੋਕ ਪਾਠ ਕਰ ਰਹੇ ਸੀ, ਔਰ ਉਸ ਪਾਠ ਤੋਂ ਬਾਅਦ ਅੱਜ ਤੱਕ ਜੋ ਅਰਦਾਸਾਂ ਉਸ ਚੀਜ਼ ਤੇ ਚੱਲ ਰਹੀਆਂ ਹੈ, ਮੇਰੇ ਤੋਂ ਅੱਜ ਲਿਖਾ ਕੇ ਲੈ ਲਓ। ਇਨਸਾਫ ਤਾਂ ਹੋਣਾ ਹੀ ਹੋਣਾ ਹੈ, ਕੋਈ ਪਾਪੀ ਬਖਸ਼ਿਆ ਨਹੀਂ ਜਾਊਗਾ। ਔਰ ਇਹ ਰੱਬ ਦੇ ਘਰ ਦਾ ਕਮਾਲ ਹੈ। ਤੁਸੀਂ ਦੇਖੋ, ਕਦੇ ਨਹੀਂ ਇਹ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਕਿ ਇੰਨੇ ਚੀਫ ਮਿਨਿਸਟਰਸ ਇੱਕੋ ਵਾਰੀ 'ਚ ਇਲੈਕਸ਼ਨ 'ਚ ਹਾਰ ਗਏ। ਇਹ ਰੱਬ ਦਾ ਕਰਿਸ਼ਮਾ ਹੈ। ਸੋ ਜੇ ਇੱਥੇ ਤੱਕ ਮੇਰੇ ਫੇਥ ਦਾ ਸਵਾਲ ਹੈ, ਮੈਨੂੰ ਯਕੀਨ ਹੈ ਇੱਕ ਇੰਨੀ ਸੋਹਣੀ ਤਰੀਕੇ ਨਾਲ ਕੀਤੀ ਹੋਈ, ਮਿਹਨਤ ਨਾਲ ਕੀਤੀ ਹੋਈ, ਰੱਬ ਦੀ ਰਜ਼ਾ ਦੇ ਵਿੱਚ ਕੀਤੇ ਹੋਏ ਇੱਕ ਸੰਘਰਸ਼ ਨੂੰ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀ, ਉਹ ਅੰਜਾਮ ਤੱਕ ਜਾਊਗਾ। ਇਨਸਾਫ ਤਾਂ ਕਦੇ ਡਿਨਾਈ ਹੋਊਗਾ ਹੀ ਨਹੀਂ। ਜੇ ਕੋਈ ਬੰਦਾ ਖਾਕੀ ਵਰਦੀ ਪਾ ਕੇ ਸੋਚਦਾ ਉਹ ਰੱਬ ਬਣ ਗਿਆ, ਉਹ ਗਲਤਫਹਿਮੀ ਰੱਬ ਨੇ ਕੱਢ ਦੇਣੀ ਹੈ। ਉਹ ਕੋਈ ਚਿੰਤਾ ਦੀ ਗੱਲ ਨਹੀਂ। ਦੂਜੇ ਐਸਪੈਕਟ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਇਸ਼ੂਜ਼ ਕੰਪਲਿਕੇਟ ਹੋ ਗਏ ਜਾਂ ਸਰਕਾਰਾਂ ਨੇ ਕਰਤਾ, ਵੇਖੋ ਪਬਲਿਕ ਨੇ ਆਪਦਾ ਵਰਡਿਕਟ ਦੇਣਾ ਹੁੰਦਾ ਇਲੈਕਸ਼ਨ 'ਚ, ਉਹ ਪਬਲਿਕ ਨੇ ਦੇਤਾ। ਅਕਾਲੀਜ਼ ਨੇ, ਮੈਂ ਜੋ ਵੀ ਗੱਲ ਕਰ ਰਿਹਾ ਇਟ ਇਜ਼ ਕਟਿੰਗ ਪਾਰਟੀ ਲਾਈਨਸ, ਕਿਸੇ ਪਾਰਟੀ ਦੇ ਹੱਕ 'ਚ ਨਹੀਂ, ਕਿਸੇ ਦੇ ਅਗੇਂਸਟ ਨਹੀਂ। ਜੇ ਅਕਾਲੀਜ਼ ਵੱਲੋਂ ਕੋਈ ਕਦਮ ਚੁੱਕਿਆ ਗਿਆ ਤੇ ਕਾਂਗਰਸ ਗਵਰਨਮੈਂਟ ਪਾਵਰ ਦੇ ਵਿੱਚ ਡਰੱਗਸ ਐਂਡ ਬਰਗਾੜੀ ਬਾਈਬਲ ਕਰਾਂ ਤੇ ਆਈ। ਦ ਚੀਫ ਮਿਨਿਸਟਰ ਕੁਡ ਨਾਟ ਕੰਪਲੀਟ ਹਿਸ ਟੈਨਿਓਰ। ਕੋਈ ਛੋਟੀ ਗੱਲ ਨਹੀਂ ਹੈ। ਕੈਪਟਨ ਸਾਹਿਬ ਦਾ ਇੱਕ ਸਟੇਚਰ ਸੀ, ਉਹਨਾਂ ਨੂੰ 5 ਸਾਲ ਪੂਰੇ ਨਹੀਂ ਕਰਨ ਦਿੱਤੇ ਗਏ। ਅਗਲੀ ਗਵਰਨਮੈਂਟ ਆਈ, ਜਿਹੜੀ ਅਗਲੇ CM ਮਿਸਟਰ ਚੰਨੀ ਬਣੇ, ਉਹ ਵੀ ਇਲੈਕਸ਼ਨ ਹਾਰ ਗਏ। ਬਾਦਲ ਸਾਹਿਬ ਹਾਰ ਗਏ, ਡਿਪਟੀ CM ਉਦੋਂ ਤੇ ਹਾਰ ਗਏ, ਕੈਪਟਨ ਸਾਹਿਬ ਹਾਰ ਗਏ, ਚੰਨੀ ਸਾਹਿਬ ਹਾਰ ਗਏ। ਆਮ ਆਦਮੀ ਪਾਰਟੀ ਆਈ, 3 ਮਹੀਨਿਆਂ 'ਚ ਆਈ ਥਿੰਕ ਆਮ ਆਦਮੀ ਪਾਰਟੀ ਨੂੰ ਵੀ ਇੱਕ ਵਰਡਿਕਟ ਮਿਲ ਗਿਆ ਕਿ ਸੰਗਰੂਰ ਦੇ ਵਿੱਚ ਵੀ, ਜਿੱਥੋਂ ਪ੍ਰੈਜ਼ੈਂਟ CM ਬਿਲੋਂਗ ਕਰਦੇ ਆ, ਪਬਲਿਕ ਨੇ ਉਸ ਚੀਜ਼ ਤੇ ਇੱਕ ਰਿਜ਼ੈਂਟਮੈਂਟ ਸ਼ੋ ਕਰਤੀ। ਸੋ ਜੇ ਆਪਾਂ ਇਹ ਕਹੀਏ ਕਿ ਮੁੱਦੇ ਦੇ ਵਿੱਚ ਪਬਲਿਕ ਰਿਜ਼ੈਂਟਮੈਂਟ ਨਹੀਂ ਆ ਰਹੀ ਜਾਂ ਇਹਦੇ ਕੋਈ ਆਊਟਕਮ ਹੋਊਗੀ ਕਿ ਨਹੀਂ ਹੋਊਗੀ, ਇਟ ਇਜ਼ ਟਾਈਮ ਕਿ ਗਵਰਨਮੈਂਟਸ ਰਿਅਲਾਈਜ਼ ਕਰ ਲੈਣ ਜਾਂ ਪੋਲੀਟੀਸ਼ੀਅਨਸ ਰਿਅਲਾਈਜ਼ ਕਰ ਲੈਣ ਕਿ ਇਹ ਮੁੱਦੇ ਦੇ ਉੱਤੇ ਤਾਂ ਪਬਲਿਕ ਨੂੰ ਇਨਸਾਫ ਮਿਲ ਕੇ ਰਹੂਗਾ। ਅੱਜ ਵੀ ਉਹ ਬਰਗਾੜੀ ਮੋਰਚਾ ਚੱਲ ਰਿਹਾ ਹੈ ਔਰ ਉਹ ਚੱਲੂਗਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ। ਹੁਣ ਪੰਜਾਬੀਆਂ ਨੇ ਉਹ ਠਾਣ ਲਈ ਹੈ, ਉਹ ਇਨਸਾਫ ਤਾਂ ਉਹ ਲੈ ਕੇ ਰਹਿਣਗੇ, ਰੱਬ ਉਹ ਕਰਕੇ ਰਹਿਣਗੇ। ਸਾਡੇ ਵਰਗਿਆਂ ਦੀ ਮਿਹਨਤ, ਸਾਡੇ ਵਰਗਿਆਂ ਦੀ ਹਿੰਮਤ ਜਿਹੜੀ ਹੈਗੀ ਹੈ, ਉਸ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ। ਮੈਂ ਤੁਹਾਨੂੰ ਬੜੀ ਇੱਕ ਸੱਚਾਈ ਦੱਸ ਰਿਹਾ।
ਜੇ ਅੱਜ ਉਹ ਬਰਗਾੜੀ ਮੋਰਚਾ ਉੱਠ ਜਾਂਦਾ ਹੈ ਤੇ ਉਸ ਤੋਂ ਬਾਅਦ ਮੇਰੇ ਵਰਗੇ ਦੀ ਮਿਹਨਤ ਕੀ ਕਰੂਗੀ? ਮਿਹਨਤ ਉਹਨਾਂ ਲੋਕਾਂ ਦੀ ਹੈ, ਅਸੀਂ ਤਾਂ ਉਹਨਾਂ ਦੀ ਮਿਹਨਤ ਦੇ ਵਿੱਚ ਇੱਕ ਛੋਟਾ ਜਿਹਾ ਰੋਲ ਪਲੇ ਕਰ ਰਹੇ ਹਾਂ, ਮੇਰੇ ਵਰਗਾ ਬੰਦਾ ਵੀ। ਔਰ ਅੱਜ ਜੇ ਅਸੀਂ ਸਰਕਾਰ ਨੂੰ ਦੇਖੀਏ ਤੇ SIT ਬਣਾਤੀ, SIT ਤੋਂ ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਕੰਕਲੂਡ ਹੋਈ। ਤੁਸੀਂ ਆਪ ਸੋਚੋ। ਪ੍ਰਦੀਪ, ਜੇ ਅਸੀਂ ਇਹਨਾਂ SIT ਤੇ ਆਈਏ, ਜੇ ਅਸੀਂ ਪਹਿਲੇ ਮੁੱਦੇ ਤੇ ਆਈਏ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ, ਉੱਥੇ 1 ਜੂਨ ਵਿੱਚ SIT CM ਨੇ ਪੇਸ਼ ਕੀਤੀ। ਉੱਥੇ ਬੜਾ ਕਲੀਅਰਲੀ ਕਿਹਾ ਗਿਆ ਕਿ ਇਹਦੇ ਵਿੱਚ ਸਿਰਫ ਡੇਰਾ ਦਾ ਹੱਥ ਸੀਗਾ, ਪੋਲੀਟੀਕਲ ਕੁਝ ਨਹੀਂ ਸੀਗਾ। ਸੋ ਅਸੀਂ ਉਹਨੂੰ ਕੰਕਲੂਡਡ ਮੰਨੀਏ। ਮੈਂ ਪੁਰਾਣੀਆਂ SITs ਭੁੱਲ ਕੇ ਜਿੱਥੇ ਅੱਜ ਦੀਆਂ 3 SITs ਖੜੀਆਂ ਉਹਨਾਂ ਤੇ ਹੀ ਗੱਲ ਕਰਾਂਗੀ ਅੱਜ। ਉਹਨਾਂ ਦੀ ਆਊਟਕਮ ਕੀ ਹੋਈ? ਜੇ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਗੱਲ ਕੀਤੀ, ਉਹ ਇਨਵੈਸਟੀਗੇਸ਼ਨ ਪਿਛਲੀ ਗਵਰਨਮੈਂਟ ਦੇ ਵਿੱਚ ਹੀ ਕੰਕਲੂਡ ਹੋ ਗਈ ਸੀ। ਸੋ ਅੱਜ ਪ੍ਰੈਜ਼ੈਂਟ ਗਵਰਨਮੈਂਟ ਨੇ ਕੀ ਰੋਲ ਪਲੇ ਕੀਤਾ? ਦੂਜੀ ਉਹਦੇ ਉੱਤੇ ਹੋਮ ਮਿਨਿਸਟਰ ਜੋ ਪਿਛਲੇ ਸੀਗੇ, ਸਾਬਕਾ ਹੋਮ ਮਿਨਿਸਟਰ ਰੰਧਾਵਾ ਜੀ, ਉਹਨਾਂ ਨੇ ਟਿੱਪਣੀ ਜ਼ਰੂਰ ਕੀਤੀ ਸੀ ਕਿ ਵੀ ਜਦ ਅਸੀਂ SIT ਕੀਤੀ ਸੀ, ਅਸੀਂ ਪੋਲੀਟੀਕਲ ਜਿਹੜਾ ਸਿਆਸਤ ਦਾ ਉਹਦੇ ਕਿਰਦਾਰ ਸੀ ਉਹਨੂੰ ਟਟੋਲਣ ਨਹੀਂ ਕਿਹਾ ਗਿਆ ਸੀਗਾ। ਤੇ ਜਦ ਤੱਕ ਮੈਂ ਹੋਮ ਮਿਨਿਸਟਰ ਸੀ ਉਹ ਟਟੋਲਿਆ ਜਾ ਰਿਹਾ ਸੀਗਾ। ਪਰ ਜਦ SIT ਆਈ ਹੈ, ਇਹਦੇ ਵਿੱਚ ਪੋਲੀਟੀਕਲ ਮਾਫੀ ਦਿੱਤੀ ਗਈ। ਸੋ ਉਹਨਾਂ ਨੇ ਇਲਜ਼ਾਮ ਜ਼ਰੂਰ ਲਗਾਇਆ ਕਿ ਵੀ ਇਹ ਜੋ SIT ਦਾ ਰਿਪੋਰਟ ਆਈ ਹੈ ਉਹ ਮੈਨੂੰ ਠੀਕ ਨਹੀਂ ਲੱਗੀ। ਮੈਮ, ਕੋਈ ਵੀ ਕਦਮ, ਤੁਹਾਡੇ ਦਰਸ਼ਕ ਵੀ ਜਾਣਦੇ ਹੈ, ਬੇਅਦਬੀ ਕਰਕੇ ਕੋਈ ਪੋਲੀਟੀਕਲ ਮਾਈਲੇਜ ਨਹੀਂ ਲੈ ਸਕੂਗਾ। ਜਿਹੜੇ ਪੰਜਾਬੀ ਅਸੀਂ ਫਰੇਜ਼ ਯੂਜ਼ ਕਰਦੇ ਹਾਂ, ਉਹਦੇ 'ਚ ਇੱਕ ਸੋਸ਼ਲ ਫੈਬਰਿਕ ਤੁਸੀਂ ਦੇਖੋਗੇ ਜਿਹਦੇ 'ਚ ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਿਮ ਹੈ, ਆਪਸ ਦੇ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਹੈ। ਇਹ ਫਰਕ ਨਾ ਕਰਦੇ ਹੈ, ਨਾ ਕਰਨਾ ਜਾਣਦੇ ਹੈ। ਔਰ ਇਹ ਚੀਜ਼ ਮੇਰੇ ਖਿਆਲ ਤੁਹਾਡੇ ਦਰਸ਼ਕ ਵੀ ਚੰਗੀ ਤਰ੍ਹਾਂ ਸਮਝਦੇ ਹੈ। ਜੇ ਪੰਜਾਬੀ ਦੁਨੀਆ ਦੇ ਕਿਸੇ ਕੋਨੇ 'ਚ ਵਸ ਰਹੇ ਹੈ, ਉਹ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਕਰਕੇ ਨਹੀਂ ਵਸ ਰਹੇ, ਉਹ ਪੰਜਾਬੀ ਬਣ ਕੇ ਵਸ ਰਹੇ ਹੈ। ਸੋ ਉਸੇ ਤਰ੍ਹਾਂ ਜੇ ਅਸੀਂ ਕਹੀਏ ਕਿ ਇੱਕ ਪੋਲੀਟੀਕਲ ਮਾਈਲੇਜ ਆਪਸ 'ਚ ਲੜਾ ਕੇ ਲੈ ਲੈਣਗੇ, ਉਹ ਤਾਂ ਮੈਮ ਕੋਈ ਵੀ ਨਹੀਂ ਪੰਜਾਬੀਆਂ ਨੂੰ ਲੜਾ ਸਕੂਗਾ। ਪੰਜਾਬ ਦੇ ਵਿੱਚ ਦੰਗੇ ਨਹੀਂ ਕਰਾ ਸਕਣਗੇ ਆਪਸ ਦੇ ਵਿੱਚ, ਨਾ ਉਹ ਸੋਸ਼ਲ। ਹੁਣ ਜੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤੇ ਉਸ ਬੇਅਦਬੀ ਦੇ ਉੱਤੇ ਰਿਐਕਸ਼ਨ ਜਿਹੜਾ ਆਇਆ ਹੈ ਉਹ ਵੀ ਪਾਠ ਕਰਦੇ ਲੋਕਾਂ ਦਾ ਆਇਆ ਜਿਹਦੇ ਤੇ ਪੁਲਿਸ ਨੇ ਐਕਸ਼ਨ ਲੈ ਲਿਆ। ਅਸੀਂ ਇੱਕ ਇਸ਼ੂ ਨੂੰ ਦੂਜੇ ਤੋਂ ਸੈਗਰੀਗੇਟ ਨਹੀਂ ਕਰ ਸਕਦੇ। ਟੋਟੈਲਿਟੀ ਦੇ ਵਿੱਚ ਉਹਦਾ ਇੰਪੈਕਟ ਦੇਖਣਾ ਪੈਣਾ ਹੈ ਕਿ ਜੇ ਤੁਸੀਂ ਕਹਿ ਰਹੇ ਹੋ ਅਸੀਂ ਬੇਅਦਬੀ ਦੇ ਗੁਨੇਗਾਰਾਂ ਨੂੰ ਪਨਿਸ਼ ਕਰਨਾ ਹੈ, ਤੇ ਕੀ ਬੇਅਦਬੀ ਤੇ ਇਨਸਾਫ ਮੰਗਣ ਵਾਲਿਆਂ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹਨਾਂ ਨੂੰ ਛੱਡਿਆ ਜਾ ਸਕਦਾ? ਦੂਜੀ ਗੱਲ, ਵਾਈ ਮਤਲਬ ਟਰਾਇਲਸ ਨੂੰ ਐਕਸਪੀਡਾਈਟ ਕਰਾਉਣ ਲਈ ਕਿਉਂ ਨਹੀਂ ਮੰਗ ਰਹੇ? ਜੇ ਤੁਹਾਡੀ ਇਨਵੈਸਟੀਗੇਸ਼ਨ ਪੂਰੀ ਹੋ ਚੁੱਕੀ ਹੈ, ਤੁਸੀਂ ਕਹਿਤਾ ਜੀ ਅਸੀਂ ਆਪ ਥੋੜੇ ਜਿਹੇ ਬੰਦਿਆਂ ਨੂੰ ਬਲੇਮ ਕੀਤਾ ਹੈ, ਤੇ ਫਿਰ ਟਰਾਇਲ ਐਕਸਪੀਡਾਈਟ ਕਰਾ ਕੇ ਕਿਉਂ ਨਹੀਂ ਉਹਨਾਂ ਨੂੰ ਡਿਸਾਈਡ ਕੀਤਾ ਜਾ ਰਿਹਾ? ਸੋ ਉਹ SIT ਦਾ ਉੱਤੇ ਕੋਈ ਐਕਸ਼ਨ ਨਹੀਂ, ਉੱਥੇ ਉੱਦਾਂ ਦੀ ਉੱਦਾਂ ਪਈ ਹੈ। ਉਹ ਤਾਂ ਗਵਰਨਮੈਂਟ ਨੂੰ ਡਿਟੇਲ ਪਤਾ ਹੋਊਗੀ ਨਾ ਕਿ ਅੰਦਰੋਂ ਕੀ ਕਰ ਰਹੇ ਹੈ। ਮੇਰੇ ਨੌਲੇਜ ਦੇ ਵਿੱਚ ਤਾਂ ਕਦੇ ਵੀ ਕਿਤੇ ਐਪਲੀਕੇਸ਼ਨ ਨਹੀਂ ਮੂਵ ਹੋਈ ਫॉर ਐਨ ਐਕਸਪੀਡੀਸ਼ੀਅਸ ਟਰਾਇਲ। ਜੇ ਐਕਸਪੀਡੀਸ਼ੀਅਸ ਟਰਾਇਲ ਕੀਤੀ ਹੈ ਤੇ ਗਵਰਨਮੈਂਟ ਦੱਸ ਸਕਦੀ ਹੈ ਪਬਲਿਕ ਨੂੰ ਕਿ ਜੀ ਅਸੀਂ ਆਹ ਤਫਤੀਸ਼ ਬੇਅਦਬੀ ਦੀ ਕੰਕਲੂਡ ਕਰਤੀ ਹੈ ਔਰ ਆਹ ਅਸੀਂ ਐਕਸਪੀਡੀਸ਼ੀਅਸ ਟਰਾਇਲ। ਜਦੋਂ ਤੱਕ ਟਰਾਇਲ ਨਹੀਂ ਹੁੰਦੀ, ਇਨਸਾਫ ਕਦੋਂ ਮਿਲੂਗਾ? ਜਦੋਂ ਟਰਾਇਲ ਕੰਕਲੂਡ ਹੋਊਗੀ। ਜੇ ਟਰਾਇਲ ਹੀ ਕੰਕਲੂਡ ਨਹੀਂ ਹੋ ਰਹੀ ਜਾਂ ਟਰਾਇਲ ਨੂੰ ਤੁਸੀਂ ਐਕਸਪੀਡੀਸ਼ੀਅਸ ਉਹਦੇ ਤੇ ਨਹੀਂ ਸ਼ੁਰੂ ਕੀਤਾ, ਤੇ ਹਾਊ ਕੈਨ ਵੀ ਸੇ ਕਿ ਐਕਸਪੀਡੀਸ਼ੀਅਸ ਟਰਾਇਲ ਬਿਨਾਂ ਕੀਤੇ ਤੁਸੀਂ ਪਬਲਿਕ ਨੂੰ ਇਨਸਾਫ ਦੇ ਦਿਓ? ਇਸ ਮੁੱਦੇ ਤੇ ਬਾਅਦ 'ਚ ਆਵਾਂਗੇ, ਪਰ ਇੱਥੇ ਇਹ ਜ਼ਰੂਰ ਹੁੰਦਾ ਕਿਉਂਕਿ ਸਰਕਾਰ ਨੇ ਐਕਸ਼ਨ ਨਹੀਂ ਲਿਆ, ਇਸ ਕਰਕੇ ਅੱਜ ਜਿਹੜਾ ਪਿੱਛੇ ਕਤਲ ਹੋਇਆ ਹੈਗਾ 11 ਨਵੰਬਰ ਨੂੰ, ਉਹ ਕਤਲ ਹੋਇਆ ਹੈਗਾ ਇੱਕ ਡੇਰਾ ਪ੍ਰੇਮੀ ਦਾ। ਮੈਮ, ਜਿਹੜੇ ਚੀਜ਼ ਨੂੰ ਤੁਸੀਂ ਰੈਫਰ ਕਰ ਰਹੇ ਹੋ, ਦੇਖੋ ਮੈਂ ਜੇ ਸੋਚਦਾ ਕਿ ਮੈਂ ਇੱਕ ਲੜਾਈ ਲੜਨੀ ਹੈ ਤੇ ਮੈਂ ਇੱਕ ਮੁਲਤਾਨੀ ਕੇਸ ਦੇ ਵਿੱਚ ਨਾ ਹਮੇਸ਼ਾ ਐਗਜ਼ਾਮਪਲ ਦਿੰਦਾ ਕਿ ਇੱਕ ਬਹੁਤ ਸੋਹਣੀ ਉਸ ਫੈਮਿਲੀ ਦੀ ਚੀਜ਼ ਹੈ ਜਿਹੜੀ ਤਾਰੀਫੇ ਕਾਬਿਲ ਹੈ। ਉਹਨਾਂ ਨੇ ਕਦੇ ਵੀ ਹਥਿਆਰ ਨਹੀਂ ਚੁੱਕਿਆ, ਉਹ ਕਾਨੂੰਨ ਦੇ ਦਾਇਰੇ 'ਚ ਲੜੇ, ਐਂਡ ਵੀ ਹੈਵ ਟੂ ਗਿਵ them ਕ੍ਰੈਡਿਟ ਫॉर दैट। ਬਹੁਤ ਪੇਸ਼ੈਂਸ ਚਾਹੀਦੀ ਹੈ, ਬਹੁਤ ਦਰਦ ਚੱਲਿਆ ਹੈ। ਉਸੇ ਤਰ੍ਹਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੜਨ ਵਾਲੇ ਲੋਕ ਨੇ, ਕਈ ਵਾਰੀ ਉਹ ਇਮੋਸ਼ਨਸ, ਠੀਕ ਹੈ ਪੰਜਾਬੀਆਂ ਦਾ ਖੂਨ ਗਰਮ ਹੁੰਦਾ, ਸਾਨੂੰ ਪਤਾ ਹੈ ਉਹਦੇ 'ਚ ਕੁਝ ਗਲਤ ਨਹੀਂ, ਬਟ ਉਹ ਕਈ ਵਾਰੀ ਉਹ ਫਿਰ ਇਲੀਗਲ ਐਕਟ ਦੇ ਵਿੱਚ ਕਲਮੀਨੇਟ ਹੋ ਜਾਂਦਾ ਹੈ, ਭਾਵੇਂ ਗਲਤ ਹੀ ਹੋਵੇ ਚੀਜ਼, ਪਰ ਉਹ ਹੋ ਜਾਂਦਾ ਹੈ। ਅਸੀਂ ਉਹਦੇ 'ਚ ਕੀ ਕਰ ਸਕਦੇ ਹਾਂ? ਸੋ ਇੱਥੇ ਇਨਸਾਫ ਨਾ ਮਿਲਣ ਕਰਕੇ ਜੇ ਕਿਸੇ ਨੇ ਕੋਈ ਕਦਮ ਚੁੱਕ ਲਿਆ, ਇਲੀਗਲ ਹੈਗਾ ਇਹ ਕੰਮ, ਪਰ ਠੀਕ ਹੈ ਉਹ ਚੁੱਕ ਗਏ, ਹੁਣ ਅਸੀਂ ਉਹਦੇ 'ਚ ਕੀ ਕਹਿ ਸਕਦੇ ਹਾਂ? ਜਿਹਨੇ ਚੁੱਕਿਆ ਉਹ ਤਾਂ ਗੈਂਗਸਟਰ ਦੀ ਕਿਤਾਬ ਜਿੱਤੀ ਚੁੱਕੇ ਨੇ, ਬੜੀ ਵਾਰੀ ਜਿੱਤ ਚੁੱਕੇ ਨੇ, ਸੋ ਉਹਨਾਂ ਨੂੰ ਤਾਂ ਉਹੀ ਲੈਂਗੁਏਜ ਸਮਝ ਆਉਂਦੀ ਹੈ ਨਾ। ਬਟ ਇੱਕ ਗੱਲ ਉਹਦੇ 'ਚ ਵੀ ਇੱਕ ਐਸਪੈਕਟ ਇੰਨਾ ਛੋਟਾ ਨਹੀਂ ਹੈ, ਉਹਦੇ 'ਚ ਮੇਨ ਗੱਲ ਇਹ ਹੈ ਜਿਹੜੇ ਗੈਂਗਸਟਰ ਦੀ ਤੁਸੀਂ ਗੱਲ ਕਰ ਰਹੇ ਹੋ, ਗੈਂਗਸਟਰ ਇੰਡੀਆ 'ਚ ਤਾਂ ਨਹੀਂ ਹੈ, ਫਿਰ ਉਹਨੇ ਪਲਾਨ ਕਰਕੇ ਕਿਵੇਂ ਕਰ ਲਿਆ? ਹੀ ਇਜ਼ ਵਾਂਟਡ ਇਨ ਵਨ ਕੇਸ। ਪੰਜਾਬ ਪੁਲਿਸ ਨੂੰ ਲੈ ਕੇ ਰੋਜ਼ ਕਲੇਮਸ ਹੋ ਰਹੇ ਹੈ ਕਿ ਅਸੀਂ ਗੈਂਗਸਟਰਸ ਦੇ ਖਿਲਾਫ ਕੰਮ ਕਰ ਰਹੇ ਹਾਂ, ਅਸੀਂ ਗੈਂਗਸਟਰਸ ਨੂੰ ਆਏ ਕੰਟਰੋਲ ਕਰ ਲਿਆ, ਆਹ ਕਰ ਲਿਆ। ਇੱਕ ਬੰਦੇ ਨੇ ਕਤਲ ਕਰਤਾ ਵੱਡਾ, ਲੈਟਸ ਰੈਫਰ ਟੂ ਮੂਸੇਵਾਲਾ ਮਰਡਰ, ਉਹਦੇ 'ਚ ਹੀ ਨਾ ਸੀ। ਉਸ ਤੋਂ ਬਾਅਦ ਉਹ ਇੱਕ ਦੂਜਾ ਵੱਡਾ ਇਨਸੀਡੈਂਟ ਕਰ ਜਾਂਦਾ ਹੈ। ਪੁਲਿਸ ਦਾ ਕੰਮ ਪ੍ਰੀਵੈਂਟਿਵ ਹੈ,
ਬੇਸਿਕ ਪੁਲਿਸਿੰਗ ਇਜ਼ ਪ੍ਰੀਵੈਂਟਿਵ, ਨਾਟ ਨਾਟ ਡਿਟੈਕਸ਼ਨ। ਇਹ ਡਿਟੈਕਸ਼ਨ ਤੇ ਜਾ ਰਿਹਾ, ਦੇਖੋ ਜੀ ਅਸੀਂ ਆਹ ਕਰਤਾ, ਅੰਜਾਮ ਦੇਣ ਤੋਂ ਬਾਅਦ ਤੁਸੀਂ ਉਸ ਚੀਜ਼ ਨੂੰ ਚੈੱਕ ਕਰ ਰਹੇ ਹੋ ਤੇ ਉਹਦਾ ਫਾਇਦਾ ਕੀ ਡਿਟੈਕਟ ਕਰ ਲੈਣ ਦਾ? ਉਹ ਡਿਟੈਕਸ਼ਨ ਤਾਂ ਕੋਰਟ ਦੇ ਵਿੱਚ ਸਟੈਂਡ ਕਰਨੀ ਹੈ। ਅੱਜ ਦੀ ਦਿਨ ਇਸ ਨਵੀਂ ਸਰਕਾਰ ਤਾਂ ਬਣੇ ਨਹੀਂ ਹੈਗੇ, ਬਿਲਕੁਲ ਇੰਨੇ ਸਾਲਾਂ ਤੋਂ ਬੰਦੇ ਆ ਰਹੇ ਹੈਗੇ, ਉਸ ਗਲਤ ਰਾਹ ਜਾਂਦੇ ਆ ਰਹੇ। ਸੋ ਇੱਥੇ ਪੁਲਿਸ ਦੀ ਕਮਜ਼ੋਰੀ ਹੈਗੀ ਜ਼ਿਆਦਾ। ਮੈਮ ਪੁਲਿਸ ਦੀ ਕਮਜ਼ੋਰੀ ਹੈ ਸਭ ਤੋਂ ਵੱਡੀ ਇਹ ਕਿ ਦੇ ਆਰ ਅਨੇਬਲ ਟੂ ਡੀਲ ਵਿਦ ਇਟ, ਕਿ ਇਹ ਕਿਉਂ ਬਣ ਰਹੀ ਹੈ। ਦੇਖੋ ਐਜ਼ ਅ ਪੁਲਿਸ ਆਫਿਸਰ ਜਦੋਂ ਤੁਸੀਂ ਕਿਸੇ ਨੂੰ ਫੜ ਰਹੇ ਹੋ, ਤੁਸੀਂ ਐਨਕਾਊਂਟਰ ਕਰਤਾ, ਤੁਸੀਂ ਬਹੁਤ ਖੁਸ਼ ਹੋ ਕੇ ਕਹਿ ਸਕਦੇ ਹੋ ਦੇਖੋ ਅਸੀਂ ਬੰਦਾ ਮਾਰਤਾ, ਪਰ ਰਿਐਲਿਟੀ ਉਹਦੇ 'ਚ ਮੇਰੇ ਓਪੀਨੀਅਨ ਦੇ ਵਿੱਚ ਕੀ ਹੋਣੀ ਚਾਹੀਦੀ ਹੈ ਕਿ ਬੰਦੇ ਨੂੰ ਮਾਰਨ ਦੀ ਜਗ੍ਹਾ ਜਿਉਂਦਾ ਫੜੋ। ਜੇ ਤੁਸੀਂ ਕਿਸੇ ਵੀ ਪੁਰਾਣੇ ਰਿਟਾਇਰਡ ਪੁਲਿਸ ਆਫਿਸਰਸ ਨਾਲ ਗੱਲ ਕਰੋਗੇ ਤੁਸੀਂ ਦੇਖੋਗੇ ਉਹ ਕਹਿੰਦੇ ਆ ਕਿ ਅ ਡੈਡ terrorist or any person who dies in an encounter is a liability and a live one is an asset, because ਜੇ ਤੁਸੀਂ ਉਹਨੂੰ ਜਿਉਂਦਾ ਫੜ ਲੈਂਦੇ ਹੋ ਤੁਸੀਂ ਉਹਦੇ ਤੋਂ ਟ੍ਰੇਲ ਪੁੱਛਦੇ ਹੋ ਵੀ ਪਹਿਲੀ ਗੱਲ ਦੱਸ ਤੂੰ ਹਥਿਆਰ ਕਿਉਂ ਚੁੱਕੇ, ਤਾਂ ਕਿ ਅਸੀਂ ਪ੍ਰੀਵੈਂਟ ਕਰ ਸਕੀਏ ਤੇਰੇ ਵਰਗੇ ਹੋਰ ਪੈਦਾ ਹੋਣ ਤੋਂ। ਜੇ ਤੂੰ ਅੱਜ ਦੇਸ਼ ਦੇ ਖਿਲਾਫ ਹੈਗਾ ਹੈ ਤੈਨੂੰ ਅਸੀਂ ਉਹ ਬਣਾਈਏ ਜੋ ਕਿ ਤੂੰ ਦੇਸ਼ ਲਈ ਆਪਣੀ ਜਾਨ ਦੇ ਸਕੇ। ਤੇਰਾ ਉਹ ਜਜ਼ਬਾ, ਸਾਨੂੰ ਲੋੜ ਹੈ ਉਹ ਜਜ਼ਬੇ ਨੂੰ ਨਾਲ ਲੈਣ ਦੀ, ਉਹ ਚੀਜ਼ਾਂ ਲਿਆ ਸਕੀਏ। ਐਂਡ ਦ ਟ੍ਰੇਲ ਕਿ ਕਿੱਥੋਂ ਹਥਿਆਰ ਆ ਰਹੇ ਹੈ, ਕਿੱਥੋਂ ਪੈਸੇ ਆ ਰਹੇ ਹੈ, ਕਿਵੇਂ ਜੇਲ੍ਹ ਦੇ ਵਿੱਚ ਪਲੈਨਿੰਗਸ ਹੋ ਰਹੀਆਂ, ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ। ਗੁਰੂ ਸਾਹਿਬ ਨੇ ਕੋਡਾ ਰਾਕਸ਼ਸ ਨੂੰ ਵਾਪਸ ਸੁਸਾਇਟੀ ਵਿੱਚ ਲਿਆ ਕੇ ਜੋ ਐਗਜ਼ਾਮਪਲ ਸੈੱਟ ਕੀਤਾ ਸੀਗਾ, ਬਿਲਕੁਲ ਠੀਕ ਗੱਲ ਹੈ ਜੀ। ਸੋ ਉਹਨਾਂ ਚੀਜ਼ਾਂ ਨੂੰ ਜੇ ਅਸੀਂ ਦੇਖੀਏ, ਅਸੀਂ ਕਿਉਂ ਇਹਨਾਂ ਨੂੰ ਇਹ ਕਹੀਏ ਕਿ ਵੀ ਸ਼ੁੱਡ ਹੈਵ ਅ ਟ੍ਰਿਗਰ ਹੈਪੀ ਪੁਲਿਸ। ਹੁਣ ਤੁਸੀਂ ਕਹਿ ਰਹੇ ਹੋ ਜਿਹਦਾ ਨਾਂ ਲੈ ਰਹੇ ਹੋ ਤੁਸੀਂ ਕਿ ਉਹਨੇ ਜੀ ਮਰਵਾਤਾ ਕਿਸੇ ਨੂੰ, ਬੇਅਦਬੀ ਅਕਿਊਜ਼ ਨੂੰ, ਮੈਂ ਤਾਂ ਇਹ ਪੁੱਛ ਰਿਹਾ ਕਿ ਕੀ ਉਹ ਇੰਨਾ ਵੱਡਾ ਸੈਕਿੰਡ ਇੱਕ ਇਨਸੀਡੈਂਟ ਪਲਾਨ ਕਰ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ? ਸੋ ਐਂਡ ਵਾਈ ਸ਼ੁੱਡ ਪੁਲਿਸ ਨਾਟ ਹੈਵ ਕਮ ਆਊਟ ਵਿਦ ਅ ਪਲਾਨ ਹੁਣ ਤੱਕ ਵੀ ਕਿ ਜੀ ਦੇਖੋ ਇਸ ਕਾਰਨ ਕਰਕੇ ਗੈਂਗਸਟਰਸ ਬਣ ਰਹੇ ਹੈ। ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਚੈੱਕ ਕਰੋ। ਪਰ ਚਲੋ ਵੀਲ ਕਮ ਟੂ ਦਿਸ ਲੇਟਰ ਕਿ ਗੋਲਡੀ ਦਾ ਤਾਂ ਪੂਰਾ ਨੈਟਵਰਕ ਇਸ ਟਾਈਮ ਜੇਲ੍ਹ 'ਚ ਹੈਗਾ, ਪੰਜਾਬ ਪੁਲਿਸ ਦੀ ਹਿਰਾਸਤ ਵਿੱਚ, ਤਾਂ ਵੀ ਉਹ ਫਿਰ ਵੀ ਆਪਣਾ ਨੈਟਵਰਕ ਦੂਜਾ ਵੀ ਬਣਾ ਬੈਠਾ। ਔਰ ਉਸ ਤੋਂ ਇਲਾਵਾ ਬੜੀ ਇੰਟਰਸਟਿੰਗ ਗੱਲ ਹੈ, ਪੰਜਾਬ ਪੁਲਿਸ ਜਦੋਂ ਕਿਸੇ ਦਾ ਰਿਮਾਂਡ ਲੈਂਦੀ ਉਹ ਕਹਿੰਦੀ ਜੀ ਅਸੀਂ ਜੇਲ੍ਹ ਦੇ ਵਿੱਚ ਬੰਦ ਬੰਦੇ ਦਾ ਰਿਮਾਂਡ ਲੈ ਰਹੇ ਹਾਂ। ਕੀ ਪੁੱਛਣਾ ਉਹਨੂੰ ਕਿ ਉਹ ਜੇਲ੍ਹ 'ਚੋਂ ਕਿਵੇਂ ਬਾਹਰ ਮੈਸੇਜ ਭੇਜ ਰਿਹਾ? ਸੋਚਣ ਵਾਲੀ ਗੱਲ ਹੈ, ਤੁਹਾਡਾ ਦਰਸ਼ਕ ਡਿਸਾਈਡ ਕਰਨ। ਉਹਦਾ ਰਿਮਾਂਡ ਲੈਣ ਦੀ ਜਗ੍ਹਾ ਇੱਕ ਵਾਰੀ ਜੇਲ੍ਹ ਸੁਪਰਿੰਟੈਂਡੈਂਟ ਦਾ ਕਿਉਂ ਨਹੀਂ ਰਿਮਾਂਡ ਲੈ ਲੈਂਦੇ? ਪਤਾ ਲੱਗ ਜਾਊਗਾ ਜੇਲ੍ਹ ਦੇ ਵਿੱਚੋਂ ਕੀ ਹੋ ਰਿਹਾ। ਦੇਖੋ ਇੱਕ ਸਿੰਪਲ ਜੀ ਗੱਲ ਹੈ, ਸਾਡੇ 'ਚੋਂ ਕਿਸੇ ਨੇ ਵੀ ਜੇਲ੍ਹ 'ਚ ਕਿਸੇ ਨੂੰ ਮਿਲਣ ਜਾਣਾ ਹੈ ਤੇ ਤਲਾਸ਼ੀ ਹੋਊਗੀ। ਨਹੀਂ ਹੁਣ ਤਾਂ ਨੈਟਫਲਿਕਸ ਇੰਨੇ ਜੇਲ੍ਹ ਸੀਰੀਜ਼ ਦੇਖ ਲਏ, ਇਹ ਤਾਂ ਸਮਝ ਆ ਗਈ ਕਿ ਭਈ ਜਦ ਤੱਕ ਉਹ ਪੁਲਿਸ ਅਫਸਰ ਨਾਲ ਨਹੀਂ ਹੈ ਜੇਲ੍ਹ ਵਿੱਚ ਕੁਝ ਨਹੀਂ ਜਾਏਗਾ। ਤੁਹਾਨੂੰ ਸਮਝ ਆਈ ਹੈ? ਪੰਜਾਬ ਪੁਲਿਸ ਨੂੰ ਨਹੀਂ ਆਈ, ਤੁਹਾਡੇ ਦਰਸ਼ਕਾਂ ਨੂੰ ਆਈ ਹੋਣੀ ਹੈ, ਅਦਰਵਾਈਜ਼ ਦੇ ਵੁੱਡ ਹੈਵ ਕਮ ਆਊਟ ਐਂਡ ਸੈਡ ਕਿ ਜੀ ਅਸੀਂ ਨੈਟਫਲਿਕਸ ਜ਼ਿਆਦਾ ਦੇਖਣ ਦੀ ਲੋੜ ਹੈਗੀ ਹੈ। ਸੋ ਬਟ ਬੇਸਿਕਲੀ ਜੇ ਅਸੀਂ ਇਹੋ ਦੇਖਦੇ ਹਾਂ ਕਿ ਛਾਪੇ ਪੈ ਰਹੇ ਆ ਹਰ ਹਫਤੇ 7-7 ਫੋਨ ਇਜ਼ ਅ ਵੈਰੀ ਵੱਡੀ ਕਮੋਡਿਟੀ, ਛੋਟੀ ਕਮੋਡਿਟੀ ਨਹੀਂ ਹੈ। ਡਰੱਗਸ ਅਸੀਂ ਸਾਨੂੰ ਪਤਾ ਹੈ ਕਿ ਬੋਡੀ ਦੇ ਕਿੰਨੇ ਕੰਟਰੋਲ ਤੁਸੀਂ ਇੱਥੇ ਛੁਪਾ ਕੇ ਲੈ ਸਕਦੇ ਹੋ, ਛੋਟੇ ਤੁਸੀਂ ਖਾ ਕੇ ਵੀ ਕੈਪਸੂਲ ਬਣਾ ਕੇ ਲੈ ਜਾਂਦੇ ਹੈਗੇ ਹੋ। ਬਟ ਫੋਨ ਉਹ ਜਿਹਾ ਛੋਟਾ ਕਮੋਡਿਟੀ ਨਹੀਂ ਜਿਹੜਾ ਤੁਸੀਂ ਅੰਦਰ ਲੰਘਾ ਲਓ ਤੇ ਫਿਰ ਬਾਹਰ ਕੱਢ ਲਓ। ਸੋ ਫੋਨ ਜੇ ਜਾ ਰਹੇ ਚਾਰਜ ਵੀ ਕਰਦੇ ਹੋ ਤੁਸੀਂ? ਸਾਡਾ ਮੈਂ ਤਾਂ ਆਪਣਾ ਫੋਨ 2 ਵਾਰੀ ਦਿਨ ਚਾਰਜ ਕਰ ਰਿਹਾ ਤੇ ਇਹ ਚਾਰਜਿੰਗ ਪੁਆਇੰਟ ਕਿੱਥੇ ਹੈ? ਐਗਜ਼ੈਕਟਲੀ। ਔਰ ਉੱਥੇ ਇਹ ਨਹੀਂ ਹੈ 1 ਮਿੰਟ ਲੱਗਿਆ ਰਹਿਣਾ, ਅੱਧਾ ਘੰਟਾ ਲਾ ਕੇ ਰੱਖਣਗੇ। ਇਹ ਫਾਸਟ ਚਾਰਜਿੰਗ ਹੈ ਕੁਛ ਹੈ, ਸੋ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉੱਥੇ ਨੈਟਵਰਕ ਕੈਚ ਹੋ ਰਿਹਾ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਚੇਰੂ ਤਾਂ ਜੈਮਰਸ ਲੱਗੇ ਹੁੰਦੇ। ਐਗਜ਼ੈਕਟਲੀ, ਮੈਂ ਤਾਂ ਹੀ ਤਾਂ ਕਹਿ ਰਿਹਾ ਫੋਨ ਜਾਣਾ, ਉਹਨੂੰ ਰੈਗੂਲਰਲੀ ਚਾਰਜ ਕਰਨਾ। ਔਰ ਸਭ ਤੋਂ ਇਹਦੇ 'ਚ ਮੈਂ ਡੈਮੇਜਿੰਗ ਐਸਪੈਕਟ ਕੀ ਲੈਣਾ, ਮੈਂ ਪ੍ਰੀਵੈਂਟਿਵ ਗੱਲ ਕਿਉਂ ਕਰਦਾ? ਇਹ ਤਾਂ ਵਾਈਫਾਈ ਕਾਲਸ ਹੋ ਰਹੀਆਂ ਬਿਕੋਜ਼ ਇਹ ਤਾਂ ਕੈਨੇਡਾ ਹੋ ਰਹੀਆਂ ਹੈਗੀਆਂ ਜਾਂ ਇੰਟਰਨੈਸ਼ਨਲ ਕਾਲਿੰਗ ਹੈਗੀ ਹੈ। ਸੋ ਫਿਰ ਵਾਈਫਾਈ ਦੇ ਪਾਸਵਰਡਸ ਕਿਵੇਂ ਜਾ ਰਹੇ ਹੈ, ਇਹਨਾਂ ਨੂੰ ਕਿਵੇਂ ਨਹੀਂ ਉਹਦੇ 'ਚ ਪਤਾ ਲੱਗ ਰਿਹਾ? ਦੇਖੋ ਗੱਲ ਉਹੀ ਹੈ ਕਿ ਜਿਹੜੀ ਚੀਜ਼ ਪਬਲਿਕ ਦੇ ਸਾਹਮਣੇ ਆਉਂਦੀ ਹੈ, ਆਫਟਰ ਆਲ ਗਵਰਨਮੈਂਟ ਵੀ ਤਾਂ ਪਬਲਿਕ ਵਾਸਤੇ ਹੈ ਨਾ। ਜੇ ਗਵਰਨਮੈਂਟ ਹੀ ਪਬਲਿਕ ਦੇ ਉਲਟ ਕੰਮ ਕਰ ਜੇ ਜਾਂ ਗਵਰਨਮੈਂਟ ਉਸ ਚੀਜ਼ ਤੇ ਢਿੱਲ ਦੇ ਜੇ ਤੇ ਕੀ ਆਊਟਕਮ ਹੋਣੀ ਹੈ? ਤੁਸੀਂ ਦੇਖੋ ਜਿੱਥੇ ਵੀ ਅਸੀਂ ਕੇਸਿਸ ਦੀ ਗੱਲ ਕਰਦੇ ਹਾਂ ਕਿ ਪੰਜਾਬ ਦਾ ਕੋਈ ਖਰਾਬ ਦੌਰ ਰਿਹਾ ਜਾਂ ਕੁਛ ਰਿਹਾ, ਇੱਕ ਉਹਦੇ 'ਚ ਮੁੱਦਾ ਤੁਸੀਂ ਦੇਖੋਗੇ ਕਿ ਇਨੋਸੈਂਟ ਲੋਕ ਬਹੁਤ ਮਾਰੇ ਗਏ। ਹੁਣ ਉਹ ਇਨੋਸੈਂਟ ਲੋਕ ਕਿਉਂ ਮਾਰੇ ਗਏ? ਬਿਕੋਜ਼ ਪੁਲਿਸ ਕੋਲ ਡਰੈਕੋਨੀਅਨ ਪਾਵਰਸ ਸੀਗੀਆਂ। ਸੋ ਜਿੱਥੇ ਇੱਕ ਟ੍ਰਿਗਰ ਹੈਪੀ ਪੁਲਿਸ ਆਊਗੀ ਇਹ ਸਾਈਡ ਇਫੈਕਟਸ ਹੋਣਗੇ। ਹੁਣ ਇੱਥੇ ਵੀ ਉਹੀ ਚੀਜ਼ ਹੈ, ਪੁਲਿਸ ਵਾਲੇ ਨੇ ਜਿਹਦੇ ਤੇ ਮਰਜ਼ੀ ਪਰਚਾ ਕੱਟ ਕੇ ਜੀ ਇਹਦੇ ਕੋਲੋਂ ਫੋਨ ਰਿਕਵਰ ਹੋਇਆ, ਕੀ ਪ੍ਰੂਫ ਹੈ ਉਹਦੇ ਕੋਲੋਂ ਫੋਨ ਰਿਕਵਰ ਹੋਇਆ? ਉਹ ਜਿਹੜੇ ਮਰਜ਼ੀ ਗੈਂਗਸਟਰ ਤੇ ਪਰਚਾ ਪਾ ਦੇਣ, ਕਿ ਜਿਹੜੇ ਮਰਜ਼ੀ ਇਨੋਸੈਂਟ ਬੰਦੇ ਤੇ ਪਾ ਦੇਣ। ਜਿਹਨੂੰ ਬਚਾਉਣਾ ਬਚਾ ਲੈ, ਜਿਹਨੂੰ ਬਿਕੋਜ਼ ਹਾਲ ਵਿੱਚ ਮੇਰੇ ਕੋਲ ਇੱਕ ਕੇਸ ਆਇਆ ਹੈਗਾ, ਜਿਹੜਾ ਮੁੰਡਾ ਗਵਰਨਮੈਂਟ ਹੈ ਉਹ ਤੇ ਵਿਜੀਲੈਂਸ ਦਾ ਕੇਸ ਹੈਗਾ। ਸੋ ਉਹਦੇ ਲਈ ਮੈਨੂੰ ਇੰਨੇ ਫੋਨ ਆਏ, ਬਾਹਰੋਂ ਵੀ ਆਏ ਕਿ ਇਹਨੂੰ ਤਾਂ ਅਸੀਂ ਆਪ ਪੈਸੇ ਦਿੰਦੇ ਤਾਂ ਲੈਂਦਾ ਨਹੀਂ ਸੀ, ਜਾਂ ਲੈਂਦਾ ਤੇ ਉਹਦਾ ਹਿਸਾਬ ਵਾਧੂ ਦਿੰਦਾ ਹੈਗਾ ਕਿ ਉਹਨੇ ਪਿੰਡ ਵਿੱਚ ਕਿੰਨਾ ਦੀਵਾਨਾ ਪਿੰਡ ਤੇ ਹੈਗਾ। ਪਰ ਉਹਨੂੰ ਵਿਜੀਲੈਂਸ ਦੇ ਕੋਈ ਆਈ ਥਿੰਕ $60 ਕੋਈ 4830 ਇੰਨਾ ਅਮਾਊਂਟ ਬਣਦੀ ਹੈਗੀ ਹੈ, ਉਹਦੇ ਕੇਸ ਵਿੱਚ ਫਸਾਇਆ ਗਿਆ। ਸੋ
ਔਰ ਉਹ ਕਿਹਾ ਜਾਂਦਾ ਹੈ ਉਹ ਐਕਚੁਅਲੀ ਰਿਸ਼ਵਤ ਦੀ ਕੜੀ ਤੋੜਨਾ ਚਾਹੁੰਦਾ ਸੀ, ਫਿਰ ਉਹਨੂੰ ਫਸਾਤ ਆ ਗਿਆ। ਸੋ ਐਵੀਡੈਂਸ ਤਾਂ ਸੋ ਗੱਲ ਉੱਥੇ ਹੀ ਆ ਗਈ ਕਿ ਵੈਦਰ ਗਵਰਨਮੈਂਟ, ਐਨੀ ਗਵਰਨਮੈਂਟ, ਉਹਦੇ ਵਿੱਚ ਜਿਹੜੇ ਪੁਲਿਸ ਵਾਲੇ ਨੇ ਉਹ ਤਾਂ ਸਰਕਾਰਾਂ 'ਚ ਕਾਮਨ ਹੀ ਰਹਿੰਦੇ ਆ ਨਾ। ਸੋ ਉਹ ਕਿਸ ਪਾਸੇ ਕੰਮ ਕਰ ਰਹੇ ਹੈ, ਕਿਸ ਮਨਸ਼ਾ ਨਾਲ ਕੰਮ ਕਰ ਰਹੇ ਹੈ। ਕਮਿੰਗ ਬੈਕ, ਅਸੀਂ ਇੱਕ ਹੋ ਗਿਆ ਵੀ ਰਿਪੋਰਟ ਆ ਗਈ, ਉੱਤੇ ਕੋਈ ਐਕਸ਼ਨ ਨਹੀਂ ਹੋਇਆ ਜਿਹਦਾ ਅਸੀਂ ਹੁਣ ਪੰਜਾਬ ਵਿੱਚ ਅਸਰ ਦੇਖ ਰਹੇ ਹਾਂ। ਬਾਕੀ ਆ ਗਈਆਂ 2 ਰਿਪੋਰਟਸ, ਇੱਕ ਆ ਗਈ ਕੋਟਕਪੂਰਾ ਤੇ ਦੂਜੀ ਆ ਗਈ ਬਹਿਬਲ ਕਲਾਂ ਤੇ। ਇਹ ਤਾਂ ਹੁਣ ਤੁਸੀਂ ਕੀ ਸਟੇਟਸ ਅਪਡੇਟ ਦਿੰਦੇ ਹੋ ਸਾਨੂੰ, ਤੁਹਾਡੇ ਮੁਤਾਬਿਕ ਕੀ ਹੈਗਾ? ਦੇਖੋ 2 ਇਨਵੈਸਟੀਗੇਸ਼ਨਸ ਚੱਲ ਰਹੀਆਂ। ਬੜੀ ਹੁਣ ਇਹਦੇ 'ਚ ਇੱਕ ਇੰਟਰਸਟਿੰਗ ਗੱਲ ਹੈ, LK ਯਾਦਵ ਜੀ ਦੀ, ਮਤਲਬ ਮੈਨੂੰ ਨਹੀਂ ਪਤਾ ਤੁਹਾਡੇ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ, LK ਯਾਦਵ ਜੀ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਹਿਲਾਂ ਉਹ ਇਨਵੈਸਟੀਗੇਸ਼ਨ ਕਨਕਲੂਡ ਹੋਊਗੀ, ਫਿਰ ਦੂਜੀ SIT ਮਿਸਟਰ ਨੌਨਿਹਾਲ ਵਾਲੀ ਕਰੂਗੀ, ਜੋ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ। ਸੋ ਆਈਲ ਫੋਕਸ ਪਹਿਲਾਂ LK ਯਾਦਵ ਜੀ ਦੀ ਇਨਵੈਸਟੀਗੇਸ਼ਨ 'ਤੇ। ਉਹਨਾਂ ਦੀ SIT ਨੂੰ ਲੈ ਕੇ ਇੱਕ ਕੰਪਲੇਂਟ ਦਿੱਤੀ ਗਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਉਹਨਾਂ ਦੇ ਬਿਹਾਫ 'ਤੇ ਆਈ ਥਿੰਕ ਮਿਸਟਰ ਗੁਰਚਰਨ ਸਿੰਘ ਨੇ ਦਿੱਤੀ ਸੀ ਕਿ ਜੀ ਜਦੋਂ ਉਹਨਾਂ ਦੀ ਕੁਐਸਚਨਿੰਗ ਹੋਈ ਹੈ, ਉਸ ਵੇਲੇ ਡਾਇਰੈਕਟਰ ਪ੍ਰੋਸੀਕਿਊਸ਼ਨ ਬਣ ਕੇ ਰਿਟਾਇਰ ਹੋਏ ਇੱਕ ਲਾਇਰ ਨੇ, ਜਿਨ੍ਹਾਂ ਨੂੰ ਆਈ ਥਿੰਕ ਲੀਗਲ ਐਡਵਾਈਜ਼ਰ ਲਿਆ ਗਿਆ ਇਸ SIT ਨਾਲ, ਉਹਨਾਂ ਨੇ DSP ਬਣ ਕੇ ਕੁਐਸਚਨਸ ਪੁੱਛੇ। ਠੀਕ ਹੈ ਜੀ, ਹੁਣ ਇਹ ਐਲੀਗੇਸ਼ਨ ਸਹੀ ਹੈ ਜਾਂ ਗਲਤ ਹੈ, ਮੈਂ ਉਸ ਚੀਜ਼ 'ਤੇ ਨਹੀਂ ਜਾਂਦਾ, ਮੈਂ ਇੱਕ ਲੀਗਲ ਐਜ਼ ਅ ਲਾਇਰ ਗੱਲ ਕਰ ਰਿਹਾ ਸਿਰਫ। ਉਸ ਤੋਂ ਬਾਅਦ ਉਹਨਾਂ ਨੇ ਕੋਰਟ ਦੇ ਵਿੱਚ ਕੰਪਲੇਂਟ ਕੇਸ ਫਾਈਲ ਕਰਤਾ ਕਿ ਜੀ ਇਹਦੇ 'ਤੇ FIR ਰਜਿਸਟਰ ਕੀਤੀ ਜਾਵੇ, ਜਦੋਂ ਪੁਲਿਸ ਨੇ ਨਹੀਂ FIR ਕੱਟੀ। ਹੁਣ ਉਹ ਕੰਪਲੇਂਟ ਕੇਸ ਟ੍ਰੀਟ ਹੋ ਚੁੱਕਿਆ, ਉਹਦੀ ਦਸੰਬਰ ਦੇ ਫਰਸਟ ਵੀਕ ਦੀ ਡੇਟ ਹੈ, 6 ਦਸੰਬਰ ਹੈ ਆਈ ਥਿੰਕ। ਹੁਣ ਜੇ ਤੁਸੀਂ ਉਸ ਕੇਸ ਨੂੰ ਲਓਗੇ, ਕੱਲ੍ਹ ਨੂੰ ਜੇ ਇਹਨਾਂ ਦੀ SIT ਕਨਕਲੂਡ ਕਰ ਦਿੰਦੀ ਹੈ ਇਨਵੈਸਟੀਗੇਸ਼ਨ, ਔਰ ਇੱਥੇ ਉਹ ਕੰਪਲੇਂਟ ਕੇਸ ਦੇ ਵਿੱਚ ਸਮਨਿੰਗ ਹੋ ਜਾਂਦੀ ਹੈ ਉਸੇ SIT ਦੀ, ਇਹ ਸਾਰੇ ਆਫਿਸਰਸ ਬਾਈ ਨੇਮ ਪਾਰਟੀ ਨੇ ਉਹਦੇ 'ਚ SIT ਦੇ ਮੈਂਬਰਸ, ਤੇ ਮੈਨੂੰ ਦੱਸੋ ਇਨਵੈਸਟੀਗੇਸ਼ਨ ਨਹੀਂ ਸੈਟੀਸਫਾਈਡ ਹੋ ਜੂਗੀ? ਬਿਕੋਜ਼ ਗੱਲ ਫਿਰ ਹੋਈ ਆ ਗਈ ਕਿ ਇੰਪਰਸਨੇਸ਼ਨ ਹੋਈ ਹੈ SIT ਦੇ ਵਿੱਚ। ਸੋ ਮੈਂ ਤਾਂ ਹੀ ਕਹਿ ਰਿਹਾ ਕਿ ਇਹੋ ਜਿਹੇ ਜਿਹੜੀਆਂ ਚੀਜ਼ਾਂ ਹੋ ਰੱਖੀਆਂ ਹੈ, should the government not take steps to ensure ਕਿ ਨਾ ਸਿਰਫ ਇਨਵੈਸਟੀਗੇਸ਼ਨ ਛੇਤੀ ਹੋ ਜੇ, ਉਹ ਇਨਵੈਸਟੀਗੇਸ਼ਨ ਸੈਟੀਸਫਾਈਡ ਹੋਣ ਦਾ ਕੋਈ ਗਰਾਊਂਡ ਕੱਲ ਨੂੰ ਨਾ ਰੇਜ਼ ਹੋ ਜੇ। ਮੈਂ ਅੱਜ ਇਹ ਚੀਜ਼ ਤੁਹਾਡੇ ਸਾਹਮਣੇ ਤਾਂ ਰੱਖ ਰਿਹਾ, ਇਹ ਚੀਜ਼ ਇੱਕ ਬਹੁਤ ਵੱਡਾ ਰਸਤੇ ਦਾ ਰੋੜਾ ਬਣੂਗੀ ਕੱਲ ਨੂੰ, ਇਹ ਕੋਈ ਛੋਟਾ ਐਲੀਗੇਸ਼ਨ ਨਹੀਂ ਹੈ। ਸੋ ਅਸੀਂ ਦਸੰਬਰ ਵਿੱਚ ਦੇਖ ਸਕਦੇ ਹਾਂ ਕਿ ਇੱਕ ਹੋਰ ਹੈਡਲਾਈਨ ਆਉਣ ਵਾਲੀ ਹੈ ਕਿ ਇੱਕ ਹੋਰ SIT ਖਾਰਜ ਹੋ ਗਈ ਹੈ, ਪੋਸੀਬਲ ਇੰਨੀ ਛੇਤੀ ਨਹੀਂ, ਬਟ ਸ਼ੁਰੂਆਤ ਹੋ ਜੂਗੀ ਉਹਦੀ, ਜੇ ਉਹਨਾਂ ਨੇ ਕੰਪਲੇਂਟ ਕੇਸ ਟ੍ਰੀਟ ਕਰ ਲਿਆ ਔਰ ਇਹ ਉਹ SIT ਹੈ ਜੋ ਪਹਿਲੀ ਜਿਨ੍ਹਾਂ ਨੇ ਰਿਪੋਰਟ ਪਹਿਲਾਂ ਇਹਨਾਂ ਨੇ ਕਨਕਲੂਡ ਕਰਨੀ ਹੈ, ਫਿਰ ਮਿਸਟਰ ਨੌਨਿਹਾਲ ਦੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਹੋਊਗੀ। ਨਹੀਂ, ਜਿਹੜੇ ਆਪਣੇ ਹੁਣ MLA ਬਣ ਗਏ ਕੁੰਵਰ ਵਿਜੇ ਪ੍ਰਤਾਪ, ਇਹ ਉਹਨਾਂ ਦੀ SIT ਜਦ ਖਾਰਜ ਹੋਈ ਉਸ ਤੋਂ ਬਾਅਦ ਸੋ ਜੋ ਮੈਨੂੰ ਇਨਫੋਰਮੇਸ਼ਨ, ਜੋ ਖਬਰਾਂ ਪੜ੍ਹੀਆਂ ਹੈਗੀਆਂ, ਇਹ ਕਿਹਾ ਜਾ ਰਿਹਾ ਕਿ ਇਹਨਾਂ ਨੇ 15 ਮਹੀਨੇ ਹੋ ਗਏ ਇੱਕ ਨਾਰਕੋ ਟੈਸਟ ਕਰਾਉਣਾ ਹੈਗਾ IG ਉਮਰਾ ਨੰਗਲ ਦਾ, ਉਹਨਾਂ ਲਈ ਇਹਨਾਂ ਨੂੰ ਡੇਟ ਨਹੀਂ ਮਿਲ ਰਹੀ ਹੈਗੀ ਹੈ। ਕਿ ਉਹ ਇੰਨਾ ਜ਼ਰੂਰੀ ਹੈ ਇਸ SIT ਦੀ ਛਾਨਬੀਨ ਵਿੱਚ? ਨਾਰਕੋ ਐਨਾਲਿਸਿਸ ਮੇਰੀ ਨੌਲੇਜ ਦੇ ਹਿਸਾਬ ਨਾਲ ਕਨਕਲੂਸਿਵ ਤਾਂ ਨਹੀਂ ਹੁੰਦਾ, ਕੋਰੋਬੋਰੇਟਿਵ ਹੁੰਦਾ ਹੈ, ਬਟ ਕਨਕਲੂਸਿਵ ਨਹੀਂ ਹੈ। ਹਾਂ, ਬਿਕੋਜ਼ ਦਿੱਲੀ ਦੇ ਕੇਸ ਵਿੱਚ ਦੇਖੀਏ ਤਾਂ ਨਾਰਕੋ ਟੈਸਟ ਮੰਗ ਰਹੇ ਕਿ ਬੰਦਾ ਬਾਅਦ ਪਿੱਛੇ ਨਾ ਮੁੱਕਰ ਜਾਏ। ਸੋ ਕੀ ਉਮਰਾ ਨੰਗਲ ਨੇ ਕੁਝ ਇਹੋ ਜਿਹੀ ਜਾਣਕਾਰੀ ਦਿੱਤੀ ਹੈ ਜੋ ਉਹਨਾਂ ਦੇ ਖਿਲਾਫ ਜਾਂਦੀ ਹੈ ਤਾਂ ਉਹਨਾਂ ਦਾ ਨਾਰਕੋ ਟੈਸਟ? ਇਨਵੈਸਟੀਗੇਸ਼ਨ ਦੀਆਂ ਡਿਟੇਲਸ ਤਾਂ ਕਿਸੇ ਕੋਲ ਵੀ ਨਹੀਂ ਹੋਣੀਆਂ, ਉਹ ਮੇਰੇ ਕੋਲ ਵੀ ਨਹੀਂ ਹੈ, ਬਟ ਜਿਹੜੀਆਂ ਚੀਜ਼ਾਂ ਸਾਹਮਣੇ ਹੈ, ਹੁਣ ਫॉर ਐਗਜ਼ਾਮਪਲ ਸਾਰੀ ਐਵੀਡੈਂਸ ਇਕੱਠੀ ਹੋ ਚੁੱਕੀ ਹੈ ਇਹਨਾਂ ਦੀ, ਸੋ ਵਾਟ ਇਜ਼ ਲੈਫਟ ਇਨ ਦ ਕੇਸ? ਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇੱਕ ਨਾਰਕੋ ਐਨਾਲਿਸਿਸ ਛੱਡ ਦਿਓ, ਕੈਨ ਦੀ SIT ਸੇ ਸਾਡੀ ਬਾਕੀ ਇਨਵੈਸਟੀਗੇਸ਼ਨ ਹੋਗੀ? ਜੋ ਕੁੰਵਰ ਵਿਜੇ ਪ੍ਰਤਾਪ ਨਾਲ ਮੇਰੀ ਆਖਰੀ ਇੰਟਰਵਿਊ ਮਤਲਬ ਸੀਗੀ, ਜਿਸ ਦਿਨ ਅਗਲੇ ਦਿਨ ਹਾਈ ਕੋਰਟ ਨੇ ਇੱਕ ਰਿਪੋਰਟ ਖਾਰਜ ਕੀਤੀ, ਉਹ ਬੜੇ ਖੁਸ਼ ਸੀਗੇ। ਸੋ ਉਹਨਾਂ ਨੇ ਪੂਰੀ ਰਿਪੋਰਟ ਸਾਨੂੰ ਮਤਲਬ ਮਿਹਨਤ ਕਰਕੇ ਪੜ੍ਹੋ, ਫਿਰ ਮੇਰੇ ਨਾਲ ਗੱਲ ਕਰੋ। ਸੋ ਉਹਦੇ ਵਿੱਚ ਬੜਾ ਕਲੀਅਰ ਸੀ, ਕੋਟਕਪੂਰੇ ਵਿੱਚ ਜਦ ਪੁਲਿਸ ਨੇ ਕੀਤਾ, ਲੋਕਾਂ ਦੀਆਂ ਗੋਲੀਆਂ ਵੱਜੀਆਂ, ਜਿਹਦੀ ਰਿਪੋਰਟ ਕਿੱਥੇ ਬਾਹਰ ਨਹੀਂ ਆਉਂਦਾ। ਟ੍ਰੀਟਮੈਂਟ ਵੀ ਉਹਨਾਂ ਕੋਲ ਫਾਈਲਾਂ ਸੀਗੀਆਂ, ਟ੍ਰੀਟਮੈਂਟ ਹੋਇਆ, ਬਟ ਉਹਨਾਂ ਨੂੰ ਮਤਲਬ ਸਬਮਿਟ ਨਹੀਂ ਕੀਤਾ ਗਿਆ, ਉਹਨਾਂ ਨੂੰ ਹੱਥ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਕੋਟਕਪੂਰੇ ਵਿੱਚ ਜਿੰਨੀ ਉਹਨਾਂ ਨੇ ਜਾਂਚ ਕੀਤੀ ਸੀ, ਉਹਦੇ ਨਾਲ ਬੜਾ ਕਲੀਅਰ ਸੀਗਾ ਕਿ ਵੀ ਇੱਕ ਕੋਸ਼ਿਸ਼ ਕੀਤੀ ਗਈ ਸੱਚ ਨੂੰ ਛੁਪਾਉਣ ਵਾਸਤੇ। ਆਈ ਥਿੰਕ ਬੜਾ ਕਲੀਅਰ ਸੀਗਾ। ਅਤੇ ਉਹਨਾਂ ਦੀ ਜਿਹੜੀ ਜਿਸ ਕਾਰਨ ਉਹਨਾਂ ਦੀ ਰਿਪੋਰਟ ਖਾਰਜ ਹੁੰਦੀ ਹੈਗੀ ਹੈ ਹਾਈ ਕੋਰਟ ਵੱਲੋਂ, ਕਿ ਉਸ ਨਾਲ ਉਹ ਸਾਰੀ ਜਾਂਚ ਖਤਮ ਹੋ ਜਾਂਦੀ, ਜੋ ਐਵੀਡੈਂਸ ਇਕੱਠਾ ਕੀਤਾ ਗਿਆ ਉਹ ਗਲਤ ਹੋ ਜਾਂਦਾ ਹੈਗਾ। ਮੈਂ ਇਸ ਲਈ ਪੁੱਛ ਰਹੀ ਹਾਂ ਕਿ LK ਯਾਦਵ ਨੂੰ ਅਜੇ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ? ਬਿਕੋਜ਼ ਮੇਰੇ ਖਿਆਲ ਨਾਲ ਜੇ ਉਹ ਤਾਂ ਇੱਕ ਰਿਪੋਰਟ ਤਿਆਰ ਸੀ ਔਰ ਬਹੁਤ ਡੂੰਘੀ ਰਿਸਰਚ ਸੀ, ਉਹਨਾਂ ਨੇ 3-3.5 ਸਾਲ ਲੱਗ ਕੇ ਰਿਸਰਚ ਕੀਤੀ ਸੀ। ਸੋ ਜਿਹੜੀ ਰਿਪੋਰਟ ਤਿਆਰ ਸੀ, ਉਹਨੂੰ ਦੁਬਾਰਾ ਤੋਂ ਜੋ ਲੂਪ ਹੋਲਸ ਕੱਢੀਆਂ ਹੈ,
ਹਟਾ ਕੇ, ਬਿਕੋਜ਼ ਆਈ ਥਿੰਕ ਸਿਰਫ ਤਕਨੀਕੀ ਲੂਪਹੋਲ ਸੀਗੀਆਂ, ਕੋਈ ਇਨਵੈਸਟੀਗੇਸ਼ਨ ਵਿੱਚ ਲੂਪਹੋਲ ਨਹੀਂ ਸੀ, ਹਟਾ ਕੇ ਦੁਬਾਰਾ ਕਰਕੇ ਚੈੱਕ ਕਰਕੇ ਮਹੀਨਾ ਡੇਢ 2 ਮਹੀਨਾ 3 ਮਹੀਨੇ 4 ਮਹੀਨੇ ਹੋ ਸਕਦੀ ਸੀ ਦੁਬਾਰਾ ਫਾਈਲ। ਜੇ ਤੁਸੀਂ ਆਰਡਰ ਦੀ ਗੱਲ ਕਰ ਰਹੇ ਹੋ ਜਿਹਦੇ ਸੈਟ ਅਸਾਈਡ ਕੀਤਾ ਗਿਆ, ਉਹਦੇ ਵਿੱਚ ਵੀ ਤਾਂ ਲਿਮਿਟਡ ਟਾਈਮ ਫਰੇਮ ਹੀ ਦਿੱਤਾ ਸੀ ਨਾ ਕਿ ਐਟ ਦੀ ਅਰਲੀਐਸਟ ਕੀਤੀਆਂ ਜਾਣ। ਸੋ ਇੰਨਾ ਜ਼ਿਆਦਾ ਟਾਈਮ ਤਾਂ ਉਸ ਆਰਡਰ ਦੇ ਵਿੱਚ ਵੀ ਨਹੀਂ ਮੈਂਸ਼ਨਡ। ਸੋ ਜੇ 3 ਮਹੀਨੇ ਜਾਂ 6 ਮਹੀਨੇ ਕਨਕਲੂਸਿਵਲੀ ਕੋਰਟ ਫੀਲ ਕਰ ਰਹੀ ਹੈ, ਜੇ ਜੱਜ ਸਾਹਿਬ ਨੂੰ ਆ ਲੱਗ ਰਿਹਾ ਕਿ ਠੀਕ ਹੈ ਇਨਵੈਸਟੀਗੇਸ਼ਨ ਦੀ ਫੇਅਰਨੈਸ ਦਿਸੇ ਇਸ ਲਈ ਅਸੀਂ ਕਿਸੇ ਨੂੰ ਲਾ ਦਿੰਦੇ, ਆਈ ਐਮ ਨਾਟ ਸੇਇੰਗ ਕਿ ਇਨਵੈਸਟੀਗੇਸ਼ਨ ਠੀਕ ਨਹੀਂ ਸੀ, ਬੇਸਿਕ ਕੰਮ ਕੀ ਹੁੰਦਾ ਮਟੀਰੀਅਲ ਕਲੈਕਸ਼ਨ, ਉਹ ਤਾਂ ਮਿਸਟਰ ਕੁੰਵਰ ਵਿਜੇ ਕਰ ਗਏ ਸੀ ਨਾ। ਬਿਲਕੁਲ। ਸੋ ਮਟੀਰੀਅਲ ਤਾਂ ਇਹਨਾਂ ਕੋਲ ਆਲਰੇਡੀ ਹੈਗਾ। ਹਾਂ। ਹੁਣ ਉਹਦੇ ਉੱਤੇ ਦੁਬਾਰਾ ਸਟੇਟਮੈਂਟਸ ਲੈ ਕੇ ਜੇ ਇਨਵੈਸਟੀਗੇਸ਼ਨ ਇਹਨਾਂ ਨੇ ਕਨਕਲੂਡ ਕਰਨੀ ਸੀ, ਸੋ ਕੋਰਟ ਨੇ ਵੀ ਨਹੀਂ ਕਿਹਾ ਸੀ ਕਿ 15 ਮਹੀਨੇ, 3 to 6 months ਦਾ ਇਹਨਾਂ ਕੋਲ ਜੇ ਟਾਈਮ ਹੈ। ਜਿਹੜੀਆਂ ਗਵਾਹੀਆਂ ਹੋਣ ਕਿ ਗੋਲੀਆਂ ਵੱਜੀਆਂ, ਇਹ ਸਭ ਵੱਜੀਆਂ, ਉਹਨਾਂ ਵਿੱਚ ਉਮਰਾ ਨੰਗਲ ਦਾ ਨਾਰਕੋ ਟੈਸਟ ਜ਼ਰੂਰੀ ਕਿਉਂ ਹੈ? ਮੈਮ ਨਾਰਕੋ ਟੈਸਟ ਤਾਂ ਇਹਨਾਂ ਨੂੰ ਲੱਗ ਰਿਹਾ, ਅਦਰਵਾਈਜ਼ ਇਹ ਕਨਕਲੂਸਿਵ ਐਵੀਡੈਂਸ ਆਲਰੇਡੀ ਦੂਜੀਆਂ ਚੀਜ਼ਾਂ ਦੀ ਹੈ, ਉਹ ਤਾਂ ਉਮਰਾ ਨੰਗਲ ਨੇ ਵੈਸੇ ਹੀ ਜਵਾਬ ਦੇਣਾ। ਦੇਖੋ ਮੈਂ ਐਜ਼ ਅ ਲਾਇਰ ਜੋ ਇੱਕ ਗੱਲ ਕਰ ਰਿਹਾ ਕਾਨੂੰਨੀ ਤੌਰ ਤੇ, ਨਾਰਕੋ ਐਨਾਲਿਸਿਸ ਠੀਕ ਹੈ, ਇਟ ਇਜ਼ देयर ਡਿਸਕ੍ਰਿਸ਼ਨ ਕਰਾਉਣਾ ਚਾਹੁੰਦੇ ਹੈ, ਕਿਉਂ ਇਹਨਾਂ ਨੂੰ ਲੱਗ ਰਿਹਾ ਦੇ ਕੈਨ ਬੈਸਟ ਟੈਲ, ਬਟ ਮੈਂ ਇੱਕ ਛੋਟੀ ਜਿਹੀ 2 ਚੀਜ਼ਾਂ ਜਿਹੜੀਆਂ ਮੈਂ ਸਮਝ ਰਿਹਾ, ਸਪੋਜ਼ ਕਰੋ ਕੋਈ ਜਲੰਧਰ ਰਹਿੰਦਾ ਹੈ ਬੰਦਾ, ਉਹਦਾ ਜਲੰਧਰ ਦੇ ਵਿੱਚ ਕੋਈ ਪੁਲਿਸ ਰਿਲੇਟਡ, ਲਾਅ ਐਂਡ ਆਰਡਰ ਰਿਲੇਟਡ ਕੋਈ ਆਰਡਰ, ਐਸਐਚਓ ਜਲੰਧਰ ਕੋਈ ਲੱਗਿਆ ਹੋਇਆ ਥਾਣੇ 'ਚ, ਉਹਨੂੰ ਕਿਸੇ ਨੇ ਆਰਡਰ ਦੇਣਾ, ਵਿਲ ਇਟ ਬੀ ਇਸ਼ੂਡ ਬਾਈ ਸੀਪੀ ਅੰਮ੍ਰਿਤਸਰ? ਨਹੀਂ, ਅਨਲੈਸ ਮੈਨੂੰ ਡੀਜੀਪੀ ਜਾਂ ਆਥੋਰਾਈਜ਼ ਕਰੂਗਾ, ਡੀਜੀਪੀ ਜਾਂ ਸੀਐਮ ਜਾਂ ਕੋਈ ਕਹਿੰਦਾ ਕਿ ਵੀ ਮੈਂ ਇਸ ਟਾਈਮ ਲਈ ਇਹਨਾਂ ਨੂੰ ਇੰਚਾਰਜ ਲਾ ਰਿਹਾ। ਬਿਲਕੁਲ। ਹੁਣ ਉਸੇ ਤਰ੍ਹਾਂ ਜੇ ਜਲੰਧਰ ਦਾ ਐਸਐਚਓ ਸੀਪੀ ਜਲੰਧਰ ਤੋਂ ਆਰਡਰ ਲੈਣ ਦੀ ਜਗ੍ਹਾ ਤੋਂ ਹੀ ਸਿਰਫ ਆਰਡਰ ਲੈਂਦਾ, ਨਾ ਕਿ ਸੀਪੀ ਲੁਧਿਆਣਾ ਜਾਂ ਸੀਪੀ ਅੰਮ੍ਰਿਤਸਰ ਤੋਂ, ਉਸੇ ਤਰ੍ਹਾਂ ਉਮਰਾ ਨੰਗਲ ਵਾਸ ਕਮਿਸ਼ਨਰ ਆਫ ਪੁਲਿਸ ਲੁਧਿਆਣਾ, ਉਹ ਲੁਧਿਆਣਾ ਦੀ ਜੂਰਿਸਡਿਕਸ਼ਨ ਚੋਂ ਬਾਹਰ ਜਾ ਨਹੀਂ ਸਕਦਾ ਸੀ ਅਨਲੈਸ ਉਹਨੂੰ ਡੀਜੀਪੀ ਆਥੋਰਾਈਜ਼ ਕਰਦਾ। ਹੁਣ ਇਹ ਗੱਲ ਤਾਂ ਇਜ਼ ਕ੍ਰਿਸਟਲ ਕਲੀਅਰ, ਇਹਦੇ 'ਚ ਤਾਂ ਕੋਈ ਦੋ ਰਾਏ ਹੈ ਨਹੀਂ। ਸੁਮੇਧ ਸੈਣੀ ਨੇ ਉਹਨੂੰ ਭੇਜਿਆ ਹੈ, ਬਾਅਦ ਦੇ ਵਿੱਚ ਕੋਈ ਰਿਟਨ ਆਰਡਰ ਵੀ ਨਹੀਂ ਇਸ਼ੂ ਕੀਤਾ, ਇਹ ਵੀ ਫੈਕਟ ਐਡਮਿਟਡ ਹੈ। ਉਮਰਾ ਨੰਗਲ ਅਦਰਵਾਈਜ਼ ਫੋਰਸ ਲੈ ਕੇ ਨਹੀਂ ਜਾ ਸਕਦਾ ਸੀ, ਜਿਹੜਾ ਉਮਰਾ ਨੰਗਲ ਦੇ ਨਾਲ ਉੱਥੇ ਐਸਪੀ ਗਿਆ ਹੈ ਵਿਦ ਦ ਫੋਰਸ, ਉਹ ਸੁਮੇਧ ਸੈਣੀ ਨਾਲ ਦਿੱਲੀ ਸੀਬੀਆਈ ਕੇਸ ਦੇ ਵਿੱਚ ਟ੍ਰਾਇਲ ਫੇਸ ਕਰ ਰਿਹਾ ਹੈ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ। ਸੈਣੀ ਦੀ ਪਾਰਟਿਕੂਲਰ ਟੀਮ ਹੈ ਜਿਹੜੀ ਹਰ ਜਗ੍ਹਾ ਜਾਂਦੀ ਹੈ, ਸੁਮੇਧ ਸੈਣੀ ਇਨ ਰਿਟਰਨ ਉਮਰਾ ਨੰਗਲ ਨੂੰ ਆਪਣੇ ਇਹੋ ਜਿਹੇ ਆਰਡਰਸ ਇੰਪਲੀਮੈਂਟ ਕਰਾਉਣ ਲਈ ਭੇਜ ਰਿਹਾ, ਐਂਡ ਦੂਜੇ ਪਾਸੇ ਹੀ ਇਜ਼ ਬੀਇੰਗ ਰਿਵਾਰਡਡ ਬਾਏ, ਮਤਲਬ ਉਮਰਾ ਨੰਗਲ ਹੈਜ਼ ਬੀਨ ਰਿਵਾਰਡਡ ਕਿ ਉਹਦੀ ਜਿਹੜੀ ਇਨਕੁਆਇਰੀ ਹੈ ਉਹਨੂੰ ਸਪਰੈਸ ਕੀਤਾ ਗਿਆ ਸੁਮੇਧ ਸੈਣੀ ਵੱਲੋਂ ਐਸ ਡੀਜੀਪੀ, ਇਨਵੈਸਟੀਗੇਸ਼ਨ ਨਾ ਕਰਵਾ ਕੇ। ਸੋ ਇਹ ਜਦੋਂ ਲਿੰਕਸ ਇੰਨੇ ਬਾਹਰ ਆ ਗਏ ਤੇ ਹੋਰ ਇਹਨਾਂ ਨੂੰ ਕਾਹਦੀ ਵੇਟ ਹੈ? ਇਹ ਤਾਂ ਬੜਾ ਕਲੀਅਰ ਕਿ ਮਤਲਬ ਲਾਅ ਦੀ ਉਲੰਘਣਾ, ਸੀਨੀਅਰ ਆਫੀਸਰ ਦਾ ਆਰਡਰ ਹੈ ਡੀਜੀਪੀ ਤੱਕ ਤਾਂ ਆ ਜਾਓ ਤੁਸੀਂ ਪਹਿਲਾਂ। ਹਾਂ, ਜਦੋਂ ਡੀਜੀਪੀ, ਜਦੋਂ ਤੱਕ ਤੁਹਾਨੂੰ ਸੈਣੀ ਦੀ ਲਾਇਬਿਲਿਟੀ ਵੀ ਨਹੀਂ ਨਜ਼ਰ ਆ ਰਹੀ ਤੇ ਉਸ ਤੋਂ ਅੱਗੇ ਆਪਾਂ ਕੀ ਗੱਲ ਕਰਨੀ ਹੈ, ਪਹਿਲਾਂ ਸੈਣੀ ਤੱਕ ਤਾਂ ਆਓ। ਡੀਜੀਪੀ ਦਾ ਤਾਂ ਆਰਡਰ ਹੈ ਨਾ, ਅਦਰਵਾਈਜ਼ ਉਮਰਾ ਨੰਗਲ ਜਾ ਹੀ ਨਹੀਂ ਸਕਦਾ ਸੀ, ਵਾਜ਼ ਉਮਰਾ ਨੰਗਲ ਪ੍ਰੈਜ਼ੈਂਟ অর ਨਾਟ। ਸੋ ਉਹਦੇ ਵਿੱਚ ਨਾਰਕੋ ਐਨਾਲਿਸਿਸ ਦੇ ਵਿੱਚ ਉਹਨਾਂ ਨੇ ਕੀ ਡਿਟਰਮਿਨ ਕਰਨਾ ਹੈ ਉਹ ਦੱਸ ਸਕਦੇ, ਪਰ ਮੇਰੇ ਖਿਆਲ ਨਾਲ ਜਿੰਨੀ ਕਨਕਲੂਸਿਵ ਹੋਰ ਚੀਜ਼ਾਂ ਦੀ ਐਵੀਡੈਂਸ ਹੈ, ਬਿਕੋਜ਼ ਆਫਟਰ ਆਲ ਦੇ ਆਰ ਦ ਬੈਸਟ ਜੱਜ, ਕਿ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ। ਪਰ ਜੇ ਅਸੀਂ ਕੁੰਵਰ ਪੰਜਾਬ ਦੀ ਜਿਹੜੀ ਰਿਪੋਰਟ ਹੈ ਉਹਨਾਂ ਨੇ ਭਰੀ, ਉਹਦੇ ਵਿੱਚ ਹਰ ਚੀਜ਼ ਬੜੀ ਕਲੀਅਰਲੀ ਦਿੱਤੀ ਹੋਈ ਹੈ, ਮਤਲਬ ਉਹਨਾਂ ਨੇ ਕੋਈ ਡਾਊਟ ਉਹਨਾਂ ਦੀ ਡਿਟੇਲ ਇੰਨੀ ਜ਼ਿਆਦਾ ਡਿਟੇਲ ਸੀਗੀ ਰਿਸਰਚ, ਸੋ ਉਹਦੇ ਵਿੱਚ ਕੋਈ ਡਾਊਟ ਛੱਡਿਆ ਨਹੀਂ ਵੀ ਸਾਡੇ ਕੋਲ ਜਸਟਿਸ ਕਾਟਿਓ ਦੀ ਭਾਵੇਂ ਉਹ ਪਬਲਿਕ ਦੀ SIT ਸੀ, ਬਟ ਉਹਨਾਂ ਨੂੰ ਅਸੀਂ ਰਾਊਟ ਕਰਾਂਗੇ। ਹੁਣ ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਕਿ ਇੱਕ ਵਾਰੀ ਕੋਰਟ ਨੇ ਇੱਕ ਵਰਡਿਕਟ ਦੇਤੀ, ਜਾਂ ਤਾਂ ਉਹ ਵਰਡਿਕਟ ਨੂੰ ਸੈਟ ਅਸਾਈਡ ਕਰਾ ਲੈਂਦੇ ਐਂਡ ਸੇਮ ਇਨਵੈਸਟੀਗੇਸ਼ਨ ਰਿਸਟੋਰ ਕਰਾ ਲੈਂਦੇ। ਜੋ ਵਰਡਿਕਟ ਨੂੰ ਐਕਸੈਪਟ ਕਰਕੇ ਇਹਨਾਂ ਨੇ ਨਵੀਂ SIT ਬਣਾਈ ਹੈ, ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਉਹ SIT ਨੂੰ ਇੰਨਾ ਟਾਈਮ ਕਿਉਂ ਲੱਗ ਰਿਹਾ? ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਬਿਯੋਂਡ ਕਲੈਕਸ਼ਨ ਆਫ ਦੈਟ ਮਟੀਰੀਅਲ ਇਹਨਾਂ ਨੂੰ ਚਾਹੀਦੀਆਂ, ਜਾਂ ਕਿਉਂ ਇੰਨਾ ਟਾਈਮ ਲੱਗ ਰਿਹਾ? ਇਟ ਇਜ਼ ਨਾਟ ਕਿ 15 ਮਹੀਨੇ ਜੀ ਨਾਰਕੋ ਟੈਸਟ ਨਹੀਂ ਹੋਇਆ ਸੋ ਅਸੀਂ ਪ੍ਰੋਸੀਡ ਨਹੀਂ ਕਰ ਪਾ ਰਹੇ। ਅਦਰਵਾਈਜ਼ ਆਈ ਫੀਲ ਇਨਵੈਸਟੀਗੇਸ਼ਨ ਜਿਹੜੇ ਆਫਿਸਰਸ ਚਾਹੁੰਦੇ ਹਨ, ਆਲ ਆਫਿਸਰਸ ਆਰ ਐਕਸਪੀਰੀਐਂਸਡ, ਇਨਐਕਸਪੀਰੀਐਂਸਡ ਕੋਈ ਨਹੀਂ ਹੈ। ਉਹੀ ਗੱਲ ਆਉਂਦੀ ਹੈ ਕਿ ਡੀਜੀਪੀ ਨੇ ਭੇਜਿਆ ਕਿ ਨਹੀਂ ਭੇਜਿਆ, ਫਾਇਰਿੰਗ ਕੀਤੀ ਕਿ ਨਹੀਂ ਕੀਤੀ, ਲੋਕ ਇੰਜਰ ਹੋਏ ਕਿ ਨਹੀਂ ਹੋਏ, ਕੁਝ ਹਿੱਸਾ ਤਾਂ ਪ੍ਰਾਈਮਾ ਫੇਸੀ ਐਵੀਡੈਂਟ ਹੈ ਨਾ। ਬਿਲਕੁਲ, ਉਸ ਹਿੱਸੇ ਨੂੰ ਵੀ ਨਹੀਂ ਡਿਟਰਮਿਨ ਕਰ ਪਾ ਰਹੇ। ਜਿਹਨਾਂ ਨੂੰ ਗੋਲੀਆਂ ਲੱਗੀਆਂ ਉਹਨਾਂ ਨੇ ਗਵਾਹੀਆਂ ਦਿੱਤੀਆਂ ਹੈਗੀਆਂ ਕਿ ਵੀ ਸਾਨੂੰ ਗੋਲੀਆਂ ਲੱਗੀਆਂ, ਸਾਡਾ ਇਲਾਜ ਨਹੀਂ ਹੋਣ ਦਿੱਤਾ, ਸਰਕਾਰੀ ਹਸਪਤਾਲ ਸਾਨੂੰ ਦੂਰ ਭੇਜਿਆ ਗਿਆ, ਸਾਨੂੰ ਕਿੱਦਾਂ ਤੰਗ ਕੀਤਾ ਗਿਆ, ਹਰ ਚੀਜ਼ ਹੈਗੀ ਹੈ ਐਵੀਡੈਂਸ। ਉਸ ਤੋਂ ਬਾਅਦ ਜੇ ਅਸੀਂ ਚੀਜ਼ਾਂ ਨੂੰ ਦੇਖੀਏ ਤਾਂ ਮੇਰਾ ਨਹੀਂ ਖਿਆਲ ਇੰਨਾ ਟਾਈਮ ਲੱਗਣਾ ਚਾਹੀਦਾ। ਹੁਣ ਉਹ ਕਿਉਂ ਲਾ ਰਹੇ ਹੈ ਉਹ ਤਾਂ ਐਟ ਬੈਸਟ ਦੇ ਕੈਨ ਆਨਸਰ, ਪਰ ਮੈਂ ਤਾਂ ਐਜ਼ ਅ ਲਾਇਰ ਫੀਲ ਕਰਦਾ ਕਿ ਪਹਿਲਾਂ ਹੀ ਬਾਦਲ ਸਾਹਿਬ ਨੇ ਜਿਹੜੀ ਇੱਕ ਐਪਲੀਕੇਸ਼ਨ ਪਾਈ ਹੋਈ ਹੈ ਉਹ ਕੋਈ ਛੋਟੀ ਚੀਜ਼ ਨਹੀਂ ਹੈ, ਦੈਟ ਇਜ਼ ਗੋਇੰਗ ਟੂ ਬੀ ਅ ਵੈਰੀ ਸੀਰੀਅਸ ਥਿੰਗ। ਪਹਿਲਾਂ ਇਹਨੂੰ ਡਿਲੇ ਕੀਤਾ ਜਾ ਰਿਹਾ ਹੈਗਾ, ਫਿਰ ਜੇ ਕਰ ਵੀ ਦਿੰਦੇ ਹੈ ਇੱਕ ਰਸਤਾ ਫਿਰ ਤਿਆਰ ਹੈ ਇਹਨੂੰ ਖਾਰਜ ਕਰਾਉਣ ਦਾ। ਮੈਮ ਕੋਈ ਵੀ ਇਨਸਾਨ ਜਿਹਨੂੰ ਤੁਸੀਂ ਕੁਐਸਚਨ ਕਰੋਗੇ ਉਹ ਆਪਣਾ ਲੀਗਲ ਰਾਈਟ ਤਾਂ ਐਕਸਰਸਾਈਜ਼ ਕਰੂਗਾ। ਜੇ ਉਸ ਇਨਸਾਨ ਨੇ ਪੁਆਇੰਟ ਆਊਟ ਕਰਤਾ ਕਿ ਤੁਸੀਂ ਇੱਕ ਲੈਕਿਊਨਾ ਕੀਤਾ ਹੈ, ਉਸ ਲੈਕਿਊਨਾ ਨੂੰ ਉਸੇ ਵੇਲੇ ਰੈਕਟੀਫਾਈ ਨਹੀਂ ਕਰ ਦੇਣਾ ਚਾਹੀਦਾ ਕਿ ਠੀਕ ਹੈ ਜੀ ਅਸੀਂ ਜਿਹੜੇ ਹਿੱਸੇ 'ਚ ਤੁਹਾਨੂੰ ਬੁਲਾਇਆ ਸੀ ਅਸੀਂ ਉਹਨੂੰ ਛੱਡਦੇ ਹਾਂ, ਅਸੀਂ ਦੁਬਾਰਾ ਤੁਹਾਨੂੰ ਬੁਲਾ ਕੇ ਪੁੱਛ ਲੈਂਦੇ ਹਾਂ, ਤਾਂ ਕਿ ਉਸ ਦਿਨ ਦੀ ਇਨਵੈਸਟੀਗੇਸ਼ਨ ਹੀ ਅਸੀਂ ਛੱਡ ਦਿੰਦੇ ਹਾਂ ਤਾਂ ਕਿ ਤੁਹਾਨੂੰ ਡਾਊਟ ਨਾ ਬਚੇ।
ਉਸ ਅੱਛਾ, ਇਹ ਵੀ ਕਰ ਸਕਦੇ ਸੀਗੇ। ਮੈਂ ਦੁਬਾਰਾ ਬੁਲਾ ਸਕਦੇ ਸੀ ਕਿ ਸਰ ਤੁਹਾਨੂੰ ਆਹ ਡਾਊਟ ਹੋਇਆ ਹੈ, ਵੈਸੇ देयर इज सम ਮਿਸਅੰਡਰਸਟੈਂਡਿੰਗ, ਅਸੀਂ ਆ ਵੀ ਰਿਮੂਵ ਕਰ ਵੈਸੇ ਹੀ ਸਾਲ ਹੋ ਗਿਆ ਇਸ ਚੀਜ਼ ਨੂੰ ਚੱਲਦੇ ਹੋਏ। ਹਾਂਜੀ ਬਿਲਕੁਲ ਹੋ ਗਿਆ, ਸਾਲ ਤੋਂ ਉੱਤੇ ਹੋ ਗਿਆ। ਅਕਤੂਬਰ 21 ਦੇ ਵਿੱਚ ਇਹਨਾਂ ਨੇ ਫਾਈਲ ਕੀਤਾ ਸੀ ਔਰ ਉਸ ਤੋਂ ਵੀ 2-3 ਮਹੀਨੇ ਪਹਿਲਾਂ ਦੀ ਹੋਣੀ ਹੈ। ਇਸ ਲਈ ਬਾਰ-ਬਾਰ ਮਨ 'ਚ ਖਿਆਲ ਆਉਂਦਾ ਹੈ ਕਿ ਭਾਵੇਂ ਸਾਡੇ ਸਿਆਸਤਦਾਨ ਜਾ ਕੇ ਹਰ ਵਾਰੀ ਕਹਿ ਦਿੰਦੇ ਆ, ਆਈ ਵੋਂਟ ਕਾਲ them ਭੋਲਾ, ਬਟ ਕਿਸੇ ਆਪਣੇ ਜੋਸ਼ ਜਾ ਕੇ ਕਹਿ ਆਉਂਦੇ ਕਿ ਵੀ ਹਾਂ ਮੈਂ ਕਰਾ ਦਾਂਗਾ। ਕੋਈ ਕਹਿੰਦਾ ਮੈਂ ਸੱਤਾ ਵਿੱਚ ਆਉਂਦੇ ਹੀ ਕਰਾ ਦਾਂਗਾ, ਮੈਂ 24 ਘੰਟੇ 'ਚ ਕਰਾਵਾਂਗਾ। ਹੁਣ ਕੁਲਤਾਰ ਸੰਧਵਾ ਜੀ ਟਾਈਮ ਮੰਗ ਕੇ ਆਏ ਹੋਏ ਹੈ, ਉਹਨਾਂ ਨੇ ਤੀਨੂੰ ਫਿਰ ਉੱਥੇ ਹਾਜ਼ਰ ਹੋਣਗੇ, ਕੀ ਦੇਣਗੇ? ਉਹ ਤਾਂ ਕਹਿ ਆਏ, ਬਟ ਉਹਨਾਂ ਦੀ ਵੀ ਕਿੰਨੀ ਅਥਾਰਟੀ ਐਜ਼ ਅ ਸਪੀਕਰ, ਉਹ ਤਾਂ ਨਹੀਂ ਇਹਨਾਂ ਚੀਜ਼ਾਂ ਵਿੱਚ ਪੈ ਸਕਦੇ। ਸੋ ਬਟ ਨੀਚੋਂ ਇੰਨੀ ਚੀਜ਼ਾਂ ਗੋਲ ਕੀਤੀਆਂ ਗਈਆਂ ਹੋਈਆਂ, ਬਿਕੋਜ਼ ਕੋਈ ਸਿਆਸਤਦਾਨ ਆਪਣੀ ਪੂਰੀ ਬਿਕੋਜ਼ ਕਈਆਂ ਨੂੰ ਆਪਣੀ ਜਿਹੜੀ ਪੂਰੀ ਕਰੀਅਰ ਹੈ ਦਾਅ 'ਤੇ ਲਗਾਉਣਾ, ਸਾਰੇ ਲਾਈਕ ਯੂ ਸੈਡ ਕਿ ਕੋਈ ਇਸ ਤੋਂ ਖਟਣਾ ਨਹੀਂ ਚਾਹੇਗਾ। ਮੈਮ ਬਹੁਤ ਚੀਜ਼ਾਂ ਹੋਰ ਨੇ, ਅਜੇ ਤੱਕ ਸ਼ਾਇਦ ਇਹਨਾਂ ਨੂੰ ਗ੍ਰੈਵਿਟੀ ਚੀਜ਼ ਦੀ ਸਮਝ ਨਹੀਂ ਆ ਰਹੀ ਜਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਹੇ। ਜੇ ਪਬਲਿਕ ਇੱਕ ਨਵੀਂ ਪਾਰਟੀ ਨੂੰ ਲਿਆ ਸਕਦੀ ਹੈ ਪਾਵਰ 'ਚ, 3 ਮਹੀਨੇ ਬਾਅਦ ਸੀਐਮ ਸਾਹਿਬ ਦੀ ਆਪਦੀ ਕਨਸਟੀਟੂਐਂਸੀ ਦੇ ਵਿੱਚ, ਸੋ ਦੈਟ ਕਲੀਅਰਲੀ ਸ਼ੋਜ਼ ਕਿ ਉਹ ਸਾਰਾ ਕੁਝ ਪਬਲਿਕ ਸੈਂਟੀਮੈਂਟ ਇਗਨੋਰ ਨਹੀਂ ਕੀਤਾ ਜਾ ਸਕਦਾ ਔਰ ਪਬਲਿਕ ਬੇਵਕੂਫ ਨਹੀਂ ਬਣੂਗੀ। ਮੈਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਕਹਿ ਰਿਹਾ, ਕਿਸੇ ਦੇ ਅਗੇਂਸਟ ਨਹੀਂ ਕਹਿ ਰਿਹਾ, ਇਹਦੇ ਤਾਂ ਸਾਰੀ ਪਾਰਟੀਜ਼ ਹੀ ਰਗੜਾ ਖਾ ਗਈਆਂ। ਬਟ ਆਈ ਥਿੰਕ ਇਟ ਇਜ਼ ਟਾਈਮ ਕਿ ਜਿਹੜੇ ਪੰਜਾਬ ਦੇ ਲੋਕ ਇਨਸਾਫ ਮੰਗ ਰਹੇ ਹੈ ਉਹ ਦੇ ਦਿੱਤਾ ਜਾਵੇ। ਜੇ ਉਹ ਇਨਸਾਫ ਡਿਨਾਈ ਹੋਊਗਾ ਜਾਂ ਡਿਲੇ ਹੋਊਗਾ, ਡਿਨਾਈ ਤਾਂ ਹੋ ਨਹੀਂ ਸਕੂਗਾ, ਵੱਧ ਤੋਂ ਵੱਧ ਡਿਲੇ ਕਰ ਸਕਦੇ ਹੈ, ਉਹ ਵੀ ਕਰਕੇ ਦੇਖ ਲੈਣ ਉਹਦੀਆਂ ਕੀ ਰੀਪਰਕਸ਼ਨਸ ਹੁੰਦੀਆਂ। ਤੁਸੀਂ ਦੇਖ ਲਓ ਇੰਨੇ ਵੱਡੇ ਪੋਲੀਟੀਸ਼ੀਅਨਸ ਕਦੇ ਨਾ ਹਾਰਦੇ, ਸਿਰਫ ਇਨਸਾਫ ਦਿਵਾਉਣ 'ਚ ਡਿਲੇ ਕੀਤੀ ਹੈ, ਦੇਖੋ ਹਾਰ ਗਏ। ਹੁਣ ਬੀਜੇਪੀ ਕਹਿੰਦੀ ਕਿ ਅਸੀਂ ਆਵਾਂਗੇ ਤਾਂ ਅਸੀਂ ਇਨਸਾਫ ਦਿਵਾਵਾਂਗੇ। ਮੈਮ ਪੋਲੀਟੀਕਲ ਪਾਰਟੀ ਦੀ ਅਸ਼ੋਰੈਂਸਸ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ, ਬਿਕੋਜ਼ ਆਈ ਸੈਡ ਕਿ ਮੈਂ ਇਸ ਮੁੱਦੇ ਤੇ ਅਗਲੀ ਪਾਰਟੀ ਫਿਰ ਤਿਆਰ ਹੈ ਕਿ ਜਿਹਨੂੰ ਪੰਜਾਬ ਵਿੱਚ ਕੋਈ ਉਹਦਾ ਇੰਨਾ ਹੋਲਡ ਨਹੀਂ ਹੈ, ਪਰ ਉਹ ਕਹਿੰਦੇ ਕਿ ਵੀ ਸਾਨੂੰ ਲਿਆਓ, ਅਸੀਂ ਇਨਸਾਫ ਦਿਲਾਵਾਂਗੇ। ਸੋ ਅਗਲੀ ਪਾਰਟੀ ਆਲਰੇਡੀ ਤਿਆਰ ਬੈਠੀ ਹੈ ਕਿ ਵੀ ਇਸ ਮੁੱਦੇ ਤੇ ਆਉਣ ਲਈ। ਸੋ ਗੱਲ ਇਹ ਹੈ ਕਿ ਕੀ ਉਸ ਇਲੈਕਸ਼ਨ ਤੱਕ ਇਹਨਾਂ ਤੋਂ ਤਫਤੀਸ਼ ਕੰਕਲੂਡ ਨਹੀਂ ਹੋਣੀ, ਦੈਟ ਮੀਨਸ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਾਂਸਸ ਹੈ ਜਦ ਤੱਕ ਏਡੀਜੀਪੀ ਯਾਦਵ ਆਪਣੀ ਰਿਪੋਰਟ ਪਾਉਂਦੇ ਆ, ਉਹ ਇੱਕ ਕੇਸ ਚੱਲ ਰਿਹਾ ਤਾਂ ਉਹਨੂੰ ਬਿਕੋਜ਼ ਜਿਹੜੀ ਤੁਸੀਂ ਵੀ ਕਹਿ ਰਹੇ ਹੋ ਦੁਬਾਰਾ ਬੁਲਾਇਆ ਨਹੀਂ ਗਿਆ ਸੁਖਬੀਰ ਬਾਦਲ ਨੂੰ ਤਾਂ ਕਿ ਉਹ ਵਾਲੀ ਇਨਵੈਸਟੀਗੇਸ਼ਨ ਹਟਾ ਦਿੱਤੀ ਜਾਵੇ। ਸੋ ਇਹ SIT ਫਿਰ ਰੱਦ ਹੋ ਸਕਦੀ ਹੈ, ਚਾਂਸਸ ਹੈਗੇ ਆ, ਔਰ ਇਹ ਰੱਦ ਹੋਏਗੀ ਤਾਂ ਫਿਰ ਜਿਹੜੀ IG ਨੌਨਿਆਲ ਕਰ ਰਹੇ ਨੇ ਉਹ ਵੈਸੇ ਹੀ ਨਹੀਂ ਖਤਮ ਹੋਏਗੀ, ਬਿਕੋਜ਼ ਉਹਨਾਂ ਨੇ ਬੜੀ ਕਲੀਅਰਲੀ ਕਹਿਤਾ ਬਾਈਬਲ ਵਿੱਚ, ਮੈਂ ਪੂਰਾ ਸੱਚ ਮਤਲਬ ਮੈਨੂੰ ਬਹੁਤ ਅੜਿੱਕੇ ਆ ਰਹੇ ਨੇ ਜਦ ਤੱਕ ਯਾਦਵ ਜੀ ਆਪਣੀ ਨਹੀਂ ਕਰਦੇ। ਜੇ ਉਹਨਾਂ ਦੀ ਖਾਰਜ ਹੋਗੀ ਤਾਂ ਉਹਨਾਂ ਦੀ ਵੀ ਜ਼ੀਰੋ ਹੋਗੀ। ਫਿਰ ਅਸੀਂ ਚਲੋ ਆਪਾਂ ਇੱਕ ਛੋਟੀ ਜਿਹੀ ਚੀਜ਼ ਤੁਹਾਡੇ ਦਰਸ਼ਕਾਂ ਸਾਹਮਣੇ ਮੈਂ ਰੱਖਦਾ, ਲੈਟ ਦੈਮ ਅਸੈਸ। ਤਫਤੀਸ਼ ਸਰਕਾਰ ਵੱਲੋਂ ਹੋ ਰਹੀ ਹੈ, ਹਾਂ, ਜਿਹੜੀ ਮਰਜ਼ੀ ਸਰਕਾਰ ਹੋਵੇ, ਕਿਉਂਕਿ ਮੈਂ ਇਹਦੇ 'ਚ 3 ਸਰਕਾਰਾਂ ਆ ਗਈਆਂ, ਅਕਾਲੀ ਗਵਰਨਮੈਂਟ ਆ ਗਈ, ਮਹਾਰਾਜਾ ਸਾਹਿਬ ਦੀ ਗਵਰਨਮੈਂਟ ਆ ਗਈ, ਰਾਦਰ 4 ਆ ਗਈਆਂ, ਚੰਨੀ ਸਾਹਿਬ ਦੀ ਗਵਰਨਮੈਂਟ ਆ ਗਈ ਐਂਡ ਹੁਣ ਮਾਨ ਸਾਹਿਬ ਦੀ ਗਵਰਨਮੈਂਟ। 4 ਚੀਫ ਮਿਨਿਸਟਰਸ ਦੇ ਅੰਡਰ ਆਪਾਂ ਗੱਲ ਕਰ ਰਹੇ ਹਾਂ। ਕੌਣ ਫਾਇਰਿੰਗ ਦਾ ਆਰਡਰ ਦੇ ਰਿਹਾ ਹੈ? ਸੈਣੀ। ਪਤਾ ਹੈ ਕਿ ਨਹੀਂ ਪਤਾ, ਚਲੋ ਡਿਟਰਮਿਨ ਨਹੀਂ ਕਰ ਪਾ ਰਹੀ ਕੋਈ ਵੀ SIT, ਇੱਕ ਕਦਮ ਅੱਗੇ ਆ ਜਾਓ। ਉਮਰਾ ਨੰਗਲ ਉੱਥੇ ਮੌਜੂਦ ਹੈ, ਉਮਰਾ ਨੰਗਲ ਨੇ ਫਾਇਰਿੰਗ ਕੀਤੀ। ਉਮਰਾ ਨੰਗਲ ਤੇ ਕੇਸਿਸ ਕਿਹੜੇ ਹੈ? ਉਹਦੇ ਖਿਲਾਫ ਇੱਕ SIT ਹਾਈ ਕੋਰਟ ਤੋਂ ਬਣੀ ਹੈ, ਅੱਜ ਤੱਕ ਉਹ ਕੰਕਲੂਡ ਨਹੀਂ ਕਰ ਸਕੀ। ਕਿਸੇ ਵੀ ਤੁਸੀਂ ਕੇਸ ਦੇ ਵਿੱਚ ਜਾਓ, ਕਿਤੇ ਵੀ ਕੋਰਟ ਦੇ ਵਿੱਚ ਜਾਓ, ਪਹਿਲੀ ਚੀਜ਼ ਕੀ ਪੁਆਇੰਟ ਆਊਟ ਹੁੰਦੀ ਹੈ ਕਿ ਵੀ ਇਹਦੇ ਕ੍ਰੈਡੈਂਸ਼ੀਅਲਸ ਕੀ ਹੈ ਬੰਦੇ ਦੇ, ਜਿਹੜਾ ਬੰਦਾ ਅਕਿਊਜ਼ਡ ਹੈ ਉਹਦੇ ਕੀ ਕ੍ਰੈਡੈਂਸ਼ੀਅਲਸ, ਉਹਦੇ ਖਿਲਾਫ ਕਿੰਨੇ ਕੇਸਿਸ ਨੇ, ਇਜ਼ ਹੀ ਅ ਸਿੰਗਲ ਟਾਈਮ offender ਜਾਂ ਹੈਬਿਚੁਅਲ offender, ਇਹ ਪਹਿਲੀ ਚੀਜ਼ ਡਿਟਰਮਿਨ ਹੁੰਦੀ ਹੈ। ਠੀਕ ਹੈ ਜੀ। ਉਮਰਾ ਨੰਗਲ ਦੇ ਖਿਲਾਫ ਕਿੰਨੇ ਕੇਸਿਸ ਪੈਂਡਿੰਗ ਹੈ ਤੁਸੀਂ ਮੈਨੂੰ ਦੱਸੋ। ਇੱਕ RTI ਪਾ ਕੇ ਦੇਖੋ, ਜੇ ਤੁਹਾਨੂੰ ਪੰਜਾਬ ਪੁਲਿਸ ਦੇ ਹੈੱਡਕੁਆਰਟਰਸ ਚੋਂ ਜਾਂ CM ਆਫਿਸ ਚੋਂ ਵੀ ਉਹਦਾ ਜਵਾਬ ਮਿਲ ਜੇ, ਤੇ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ, ਆਈਲ ਚੇਂਜ ਮਾਈ ਨੇਮ, ਚੈਲੰਜ ਦੇ ਰਿਹਾ, ਪੁੱਛਿਓ ਜ਼ਰਾ ਕਿੰਨੇ IPS ਆਫਿਸਰਸ ਦੇ ਖਿਲਾਫ ਕੰਪਲੇਂਟਸ ਪੈਂਡਿੰਗ ਨੇ ਔਰ ਕਿੰਨਿਆਂ ਤੇ ਤੁਸੀਂ ਤਫਤੀਸ਼ ਕਰ ਲਈ। ਕਦੇ ਡਿਟੇਲ ਨਹੀਂ ਦੇਣਗੇ, ਦਿਲ ਸੇ ਜੀ ਇਟ ਇਜ਼ ਥਰਡ ਪਾਰਟੀ ਇਨਫੋਰਮੇਸ਼ਨ। ਦਿਸ ਇਜ਼ ਨਾਟ ਥਰਡ ਪਾਰਟੀ ਇਨਫੋਰਮੇਸ਼ਨ। ਇੱਕ ਕ੍ਰਾਈਮ ਨੂੰ ਡਿਫੈਂਡ ਕਰਨ ਵਾਲੇ ਦੇ ਖਿਲਾਫ ਕਿੰਨੀਆਂ ਕੰਪਲੇਂਟਸ ਪੈਂਡਿੰਗ ਨੇ, ਮੈਂ ਤਾਂ ਆਪ ਪਾਈ ਸੀ, ਦੇ ਰਿਫਿਊਜ਼ ਟੂ ਗਿਵ ਮੀ ਦੀ ਡਿਟੇਲਸ, ਬਿਕੋਜ਼ ਇੱਕ ਕ੍ਰਾਈਮ ਨੂੰ ਡਿਫੈਂਡ ਕਰਨ ਵਾਲੇ ਦੇ ਖਿਲਾਫ ਕਿੰਨੀਆਂ ਕੰਪਲੇਂਟਸ ਪੈਂਡਿੰਗ ਨੇ ਪਬਲਿਕ ਦਾ ਜਾਣਨਾ ਜ਼ਰੂਰੀ ਹੈ ਕਿ ਉਹਨਾਂ ਨੂੰ ਡਿਫੈਂਡ ਪ੍ਰੋਟੈਕਟ ਕਰਨ ਵਾਲਾ ਜਿਹੜਾ ਆਫਿਸਰ ਹੈ ਉਹ ਆਫਿਸਰ ਆਪ ਕ੍ਰਿਮੀਨਲ ਤਾਂ ਨਹੀਂ। ਹੁਣ ਉਮਰਾ ਨੰਗਲ ਦੇ ਖਿਲਾਫ ਬਿਲਕੁਲ ਓਪਨ ਹੋਣਾ ਚਾਹੀਦਾ, ਬਿਕੋਜ਼ ਜੇ that is what I say, ਦਾਅਦਾਰ ਹੈ ਤਾਂ ਫਿਰ ਇੱਕ ਪੋਰਟਲ ਬਣਾਉਣਾ ਚਾਹੀਦਾ ਹੈ ਕਿ ਜੀ ਕੰਪਲੇਂਟ ਪਾਓ ਆਫਿਸਰ ਦੇ ਖਿਲਾਫ, ਆਨਲਾਈਨ ਹੋਊਗੀ, ਉਹਦੇ ਵਿੱਚ ਜੇ ਝੂਠੀ ਪਾਈ ਜਾਂਦੀ ਹੈ ਇਨਕੁਆਇਰੀ ਰਿਪੋਰਟ ਆਨਲਾਈਨ ਹੋਊਗੀ। ਉਹ ਟਰਾਈ ਕਰੇਗਾ ਕਿ ਮੈਂ ਉਹਨੂੰ, ਜਦ ਉਹਨੂੰ ਪਤਾ ਮੇਰੇ ਕ੍ਰਾਈਮ ਛੁਪਾਏ ਜਾਣਗੇ ਤਾਂ ਫਿਰ ਦਿਸ ਇਜ਼ ਵਾਟ ਕਲੀਨ ਗਵਰਨਮੈਂਟ ਇਜ਼। ਤੁਸੀਂ ਉਮਰਾ ਨੰਗਲ ਖਿਲਾਫ ਕੁਝ ਰਿਪੋਰਟਸ ਵੀ ਦਿੱਤੀਆਂ ਹੈ, ਮੈਂ ਉਸੇ ਚੀਜ਼ ਤੇ ਆਉਣਾ, ਮੈਂ ਇੱਕ SIT ਬਣੀ ਸੀ ਉਮਰਾ ਨੰਗਲ ਦੇ ਖਿਲਾਫ ਫੇਕ ਐਨਕਾਊਂਟਰ ਦੀ।
ਹੁਣ ਗੱਲ ਕਿੱਥੋਂ ਆ ਰਹੀ ਹੈ ਕਿ ਡਿਲੇ ਇਨ ਇਨਵੈਸਟੀਗੇਸ਼ਨ। ਜੇ ਤੁਸੀਂ ਬਰਗਾੜੀ ਬਾਈਬਲ ਕਲਾਂ 'ਚ ਡਿਲੇ ਕਰ ਰਹੇ ਹੋ, ਤੁਸੀਂ ਉਸ ਆਫਿਸਰ ਨੂੰ ਹੋਰ ਕ੍ਰਾਈਮਸ ਕਮਿਟ ਕਰਨ ਦੀਆਂ ਚੀਜ਼ਾਂ ਦੇ ਰਹੇ ਹੋ। ਉਮਰਾ ਨੰਗਲ ਦਾ ਇੱਕ ਡਰੱਗ ਕੇਸ ਦੇ ਵਿੱਚ ਨਾਂ ਆਇਆ ਸੀ ਰਾਜਾ ਕੰਡੋਲਾ ਨਾਲ। ਮੈਂ ਇਸ SIT ਕੋਲ ਬਾਈ ਨੇਮ ਐਜ਼ ਅ ਲਾਇਰ ਆਪਦੇ ਵੱਲੋਂ ਕੰਪਲੇਂਟ ਦਿੱਤੀ ਹੈ ਕਿ ਜੀ ਆਹ ਰਾਜਾ ਕੰਡੋਲਾ ਦੇ ਡਰੱਗ ਕੇਸ ਦੇ ਵਿੱਚ ਨਾਂ ਆ ਰਿਹਾ, ਆਹ ਉਹਦੀ ਸਟੇਟਮੈਂਟ ਹੈ, ਆਹ ਪ੍ਰੂਫ ਹੈ, ਪਲੀਜ਼ ਇਹਦੀ ਇਨਕੁਆਇਰੀ ਕੀਤੀ ਜਾਵੇ। ਉਸ ਤੋਂ ਇਲਾਵਾ ਉਮਰਾ ਨੰਗਲ ਦੀ ਕਰਪਸ਼ਨ ਨੂੰ ਲੈ ਕੇ ਮੈਂ ਕੰਪਲੇਂਟ ਦਿੱਤੀ ਹੈ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਕੰਪਲੇਂਟਸ ਤੁਸੀਂ ਕਿਤੇ ਦਿੰਦੇ ਹੋ, ਕੋਗਨੀਜ਼ੇਬਲ ਆਫੈਂਸ ਰਿਪੋਰਟ ਹੋ ਰਿਹਾ ਹੈ, ਤੇ ਪੁਲਿਸ ਇਜ਼ ਡਿਊਟੀ ਬਾਉਂਡ ਟੂ ਰਜਿਸਟਰ ਐਨ FIR। ਇੱਥੇ FIR ਛੱਡੋ, ਇਨਕੁਆਇਰੀ ਵੀ ਨਹੀਂ ਕੀਤੀ। ਮੈਂ ਐਜ਼ ਅ ਕੰਪਲੇਨੈਂਟ, ਜੇ ਉਹਨਾਂ ਨੇ ਨਹੀਂ ਕਰਨੀ, ਉਹਨਾਂ ਦੀ ਜੂਰਿਸਡਿਕਸ਼ਨ ਨਹੀਂ ਹੈ, ਫਾਰਵਰਡ ਤਾਂ ਕਰਨਗੇ, ਦੇ ਆਰ ਪੁਲਿਸ ਆਫਿਸਰਸ। ਕੀ ਪੰਜਾਬ ਪੁਲਿਸ ਐਕਟ ਦੇ ਅੰਡਰ ਇੱਕ ਪੁਲਿਸ ਆਫਿਸਰ ਦੇ ਨੌਲੇਜ ਦੇ ਵਿੱਚ ਆਇਆ ਹੋਇਆ ਆਫੈਂਸ ਦੇ ਕੈਨ ਰਿਫਿਊਜ਼ ਟੂ ਫਾਰਵਰਡ ਇਟ ਫॉर ਰਜਿਸਟ੍ਰੇਸ਼ਨ ਆਫ FIR? SIT ਨੂੰ ਮੈਂ ਕੰਪਲੇਂਟ ਇਨ ਰਾਈਟਿੰਗ ਦਿੱਤੀ ਹੈ, ਇਟ ਵਾਸ ਨੈਵਰ ਫਾਰਵਰਡਡ। ਮੈਂ ਡੇਟ ਦੱਸ ਦਿੰਦਾ, 14 ਫਰਵਰੀ 2020 ਨੂੰ ਦਿੱਤੀ ਹੈ। ਅੱਜ ਤੱਕ ਉਹ ਕੰਪਲੇਂਟ FIR ਦੇ ਵਿੱਚ ਫਾਰਵਰਡ ਕਿਤੇ ਨਹੀਂ ਹੋਈ, ਉਹਦੇ ਤੇ ਕੋਈ ਇਨਕੁਆਇਰੀ ਨਹੀਂ ਹੋਈ। SIT ਨੂੰ ਕਿਹਾ ਜਾਂਦਾ ਸਪੈਸ਼ਲ ਇਨਵੈਸਟੀਗੇਸ਼ਨ, ਪਰ ਆਈ ਡੋਨਟ ਥਿੰਕ ਇਹ ਕੋਈ ਇਨਵੈਸਟੀਗੇਸ਼ਨ ਕਰਦੇ, ਸਪਰੈਸ਼ਨ ਦਾ ਜ਼ਿਆਦਾ ਕੰਮ ਹੈਗਾ। ਮੈਮ ਗੱਲ ਉਹੀ ਹੋ ਜਾਂਦੀ ਹੈ ਕਿ ਆਫਿਸਰ, ਜੇ ਇੱਕ ਨੂੰ ਤੁਸੀਂ ਪ੍ਰੋਟੈਕਟ ਕਰੋਗੇ, ਜੇ ਉਮਰਾ ਨੰਗਲ ਦੇ ਖਿਲਾਫ ਟਾਈਮਲੀ ਕਾਰਵਾਈ ਕੋਈ ਵੀ ਸਰਕਾਰ ਕਰ ਦਿੰਦੀ, ਤਾਂ ਤੁਹਾਨੂੰ ਲੱਗਦਾ ਬਰਗਾੜੀ ਬਾਈਬਲ ਕਲਾਂ ਹੁੰਦੇ ਆ ਕਦੇ? 2013 ਦੇ ਵਿੱਚ ਤਾਂ ਅਸੀਂ ਹਾਈ ਕੋਰਟ ਚਲੇ ਗਏ ਸੀ ਇਹਦੇ ਖਿਲਾਫ SIT ਬਣਾਉਣ ਲਈ, ਤੇ 2015 ਚ ਇਹ ਕਰਦਾ। ਜੇ CBI ਦਾ ਕੇਸ ਚੱਲਦਿਆਂ ਹੋਇਆਂ ਸੁਮੇਧ ਸੈਣੀ ਨੂੰ ਸਸਪੈਂਡ ਕਰ ਦਿੰਦੇ, ਉਹਦਾ ਸੀਲਡ ਕਵਰ ਪ੍ਰੋਸੀਜਰ ਫੋਲੋ ਹੋ ਜਾਂਦਾ, ਤੇ ਕੀ ਸੁਮੇਧ ਸੈਣੀ ਕਦੇ ਇਹੋ ਜਿਹੇ ਆਰਡਰ ਦਿੰਦਾ? ਸੁਮੇਧ ਸੈਣੀ ਤਾਂ ਬਹੁਤ ਕਰੀਬ ਸੀਗੇ ਅਕਾਲੀ ਦਲ ਦੇ। ਮੈਮ ਅਗੇਨ, ਮੈਂ ਪੋਲੀਟੀਕਲ ਚੀਜ਼ ਤੇ ਨਹੀਂ ਜਾ ਰਿਹਾ, ਮੈਂ ਤਾਂ ਇਹ ਇੱਕ ਚੀਜ਼ ਕੰਸੀਡਰ, ਪੋਲਿਟਿਕਸ ਪਛਾਣਦੀ ਹੈ ਨਾ, ਜੇ ਪੋਲਿਟਿਕਸ ਚਾਹੇ ਤਾਂ ਉਹ ਇਹ ਚੀਜ਼ਾਂ ਕਰਕੇ ਪੁਲਿਸ ਨੂੰ ਕਰ ਸਕਦੀ ਹੈ। ਉਹਨਾਂ ਦੀ, ਜੇ ਤੁਸੀਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪੋਲਿਟਿਕਸ ਪੁਲਿਸ ਨੂੰ ਯੂਜ਼ ਕਰਦੀ ਹੈ, ਸੋ ਫਿਰ ਬਚਾਉਂਦੀ ਵੀ ਤੇ ਆਪਣੇ ਯੂਜ਼ ਕਰਨ ਲਈ। ਮੈਮ ਅਗਲੀ ਸਰਕਾਰ ਦੇ ਵਿੱਚ ਕੀ ਹੋ ਗਿਆ ਸੁਮੇਧ ਸੈਣੀ ਦੇ ਖਿਲਾਫ, ਤੁਸੀਂ ਮੈਨੂੰ ਦੱਸੋ। ਸੀ ਗੱਲ ਕੀ ਹੈ, ਇੱਕ ਗਵਰਨਮੈਂਟ ਨੇ ਜੇ ਕੀਤਾ ਤੇ ਦੂਜੀ ਨੇ ਕਿਹੜਾ ਕੁਝ ਕੀਤਾ ਉਹਦੇ ਖਿਲਾਫ? ਆਮ ਆਦਮੀ ਪਾਰਟੀ ਨੇ ਕੀ ਕਰ ਲਿਆ ਉਹਦੇ ਖਿਲਾਫ? ਸੀ ਐਟ ਦੀ ਐਂਡ ਆਫ ਦੀ ਡੇ ਤੁਸੀਂ ਇੱਕ ਛੋਟੀ ਜਿਹੀ ਚੀਜ਼ ਨੂੰ ਜ਼ਰੂਰ ਸਮਝੋ ਕਿ ਜਦੋਂ ਪੁਲਿਸ ਵਾਲੇ ਨੇ ਇੱਕ ਨੇ ਨਾ ਕਮਾ ਲਿਆ ਕਿ ਮੈਂ ਗਲਤ ਰਾਹ ਤੇ ਚੱਲ ਕੇ ਇੱਕ ਬਲੈਂਕਟ ਪ੍ਰੋਟੈਕਸ਼ਨ ਇੰਜੋਏ ਕਰ ਗਿਆ, ਸੋ ਉਹਦੇ ਜੂਨੀਅਰਸ ਨੇ ਕਹਿਣਾ ਯਾਰ ਗਲਤ ਰਾਹ ਫੜ ਲਓ, ਤੁਸੀਂ ਬਚੇ ਰਹੋਗੇ, ਯੂ ਵਿਲ ਹੈਵ 100 ਪੀਪਲ ਟੂ ਸੇਵ ਯੂ। ਸਹੀ ਰਾਹ ਤੇ ਚੱਲੋਗੇ, ਯੂ ਵਿਲ ਵਾਕ ਅਲੋਨ। ਮੈਂ ਇਸ ਚੀਜ਼ ਦੇ ਖਿਲਾਫ ਹਾਂ। ਮੈਂ ਟ੍ਰਿਗਰ ਹੈਪੀ ਪੁਲਿਸ ਦੇ ਖਿਲਾਫ ਕਿਉਂ ਹਾਂ? ਪੁਲਿਸ ਦਾ ਕੰਮ ਹੈ ਬੰਦੇ ਨੂੰ ਫੜ ਕੇ ਕੋਰਟ ਭੇਜਣਾ, ਪੁਲਿਸ ਦਾ ਕੰਮ ਹੈ ਪ੍ਰੀਵੈਂਟ ਕਰਨਾ ਕ੍ਰਾਈਮ। ਉਹਦੇ ਵਿੱਚ ਕੱਲ ਨੂੰ 10 ਸਾਲਾਂ ਬਾਅਦ 20 ਸਾਲਾਂ ਬਾਅਦ ਨਿਕਲਦਾ ਕਿ ਜੀ ਫਲਾਨਾ ਬੰਦਾ ਇਨੋਸੈਂਟ ਸੀ ਜੀ, ਝੂਠੇ ਕੇਸ 'ਚ ਫਸਾਤਾ। ਨਾ ਸਿਰਫ ਤੁਸੀਂ ਉਸ ਬੰਦੇ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾ ਕੇ ਉਹਦੀ ਜ਼ਿੰਦਗੀ ਬਰਬਾਦ ਕਰਤੀ, ਤੁਸੀਂ ਉਹਦਾ ਸਾਰਾ ਟੱਬਰ ਰੋਲਤਾ। ਇਹ ਚੀਜ਼ਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਅੱਜ ਡਰੱਗਸ ਦੀ ਪ੍ਰੋਬਲਮ ਤੇ ਇਲੈਕਸ਼ਨਸ ਜਿੱਤੇ ਜਾ ਰਹੇ ਹੈ, ਡਰੱਗਸ ਦੀ ਪ੍ਰੋਬਲਮ ਕਿਉਂ ਨਹੀਂ ਐਡਰੈਸ ਹੋ ਰਹੀ? ਮੈਨੂੰ ਦੱਸੋ ਕਿੰਨੀ ਵਾਰੀ ਆ ਗਿਆ ਸੀਨੀਅਰ ਆਫਿਸਰਸ ਦੀ ਇਨਵੋਲਵਮੈਂਟ? ਬਾਕੀ ਛੱਡੋ, ਉਮਰਾ ਨੰਗਲ ਦਾ ਤਾਂ 2 ਡਰੱਗ ਕੇਸਿਸ ਨਾ ਆ ਗਿਆ, ਇੱਕ ਖੰਨਾ ਵਾਲਾ ਕੋਈ ਡਰੱਗ ਵਾਲਾ ਸੀ, ਇੱਕ ਦੂਜਾ ਸੀ। ਕੀ ਐਕਸ਼ਨ ਹੋ ਗਿਆ ਮੈਨੂੰ ਦੱਸੋ? ਰਾਜਾ ਕੰਡੋਲਾ ਵਾਲਾ ਤਾਂ ਮੈਂ ਹੀ ਕਿਹਾ, ਕੀ ਉਹਦੇ 'ਚ ਹੋਇਆ? ਦੇ ਸ਼ੁਡ ਹੈਵ ਸੈਡ ਕਿ ਜੀ ਨਹੀਂ ਇਹਦੇ 'ਚ ਕੁਝ ਨਹੀਂ ਮਿਲਿਆ ਸਾਨੂੰ, ਕੋਈ ਇਨਕੁਆਇਰੀ ਨਹੀਂ ਹੋਈ। ਇਹ ਚੀਜ਼ਾਂ ਲਗਾਤਾਰ ਚੱਲਦੀਆਂ, ਔਰ ਉਹਨਾਂ ਪੁਲਿਸ ਵਾਲਿਆਂ ਨੂੰ ਪ੍ਰੋਟੈਕਟ ਕਰਨ ਦੀ ਪਬਲਿਕ ਦੇ ਵਿੱਚ ਰਿਪਰਕਸ਼ਨ, ਜਿਹੜੀ ਪਬਲਿਕ ਨੂੰ ਡੀਮੋਰਲਾਈਜ਼ ਕਰਨ ਲਈ ਉਹਨੂੰ ਯੂਜ਼ ਕਰਦੀ ਹੈ ਪੁਲਿਸ। ਮੈਂ ਆਪਣੇ ਪਹਿਲੇ ਸਵਾਲ ਤੇ ਆਉਂਦੀ ਹਾਂ, ਤੁਹਾਡੇ ਨਾਲ ਗੱਲਾਂ ਕਰਕੇ ਸਭ ਕੁਝ ਸਮਝ ਕੇ ਮੈਂ ਅੱਜ ਇਹ ਪੁੱਛਦੀ ਹਾਂ, ਅਸੀਂ ਫਿਰ ਕਿਉਂ ਆਸ ਰੱਖੀਏ? ਆਸ ਮੈਮ ਇਨਸਾਨ ਤੋਂ ਨਹੀਂ, ਰੱਬ ਤੋਂ ਹੁੰਦੀ ਹੈ। ਆਨਸਰਿੰਗ ਯੋਰ ਕੁਐਸਚਨ ਅਗੇਨ, ਜਿਹਨੂੰ 90s ਦੇ ਵਿੱਚ ਉਮਰਾ ਨੰਗਲ ਨੇ ਮਾਰਤਾ, ਸੈਣੀ ਨੇ ਤਾਂ ਬਚਾਇਆ, ਸਰਕਾਰ ਨੇ ਬਚਾਇਆ, SIT ਦਾ ਕੋਰਟ ਨੇ ਬਣਾਤੀ। 2013 ਤੋਂ ਕੋਰਟ ਸੁਣਦੀ ਰਹੀ, 19 ਚ SIT ਬਣ ਗਈ। ਹਮ ਦੇਖੋ, ਗੁਰਬਾਣੀ ਚਾਹੁੰਦਾ ਨਾ, ਖੁਰਾਸਾਨ ਖਸਮਾਨਾ ਕੀਆ, ਜਿਹੜਾ ਗੁਰੂ ਸਾਹਿਬ ਨੇ ਬਾਬਰ ਲਈ ਜਦੋਂ ਉਹ ਕਿਹਾ ਸੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਹੁਣ ਉਹ ਗੁਰੂ ਸਾਹਿਬ ਨੇ ਕਿਉਂ ਰੈਫਰ ਕੀਤਾ ਸੀ? ਸਾਡੇ ਵਰਗਿਆਂ ਨੂੰ ਕੁਝ ਚੀਜ਼ਾਂ ਸਮਝਾਉਣ ਲਈ ਕੀਤੀਆਂ ਨਾ। ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ ਦੱਸੀਆਂ, ਸਾਨੂੰ ਇੱਕ ਰਾਹ ਦੱਸਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਕਿ ਲੜਨਾ ਹੈ, ਝੁਕਣਾ ਨਹੀਂ, ਜੇ ਤੋ ਪ੍ਰੇਮ ਖੇਲਣ ਕਰਿਓ। ਜੇ ਅਸੀਂ ਗੁਰੂ ਸਾਹਿਬ ਦਾ ਉਹ ਰਾਹ ਲਈਏ, ਉਹ ਕੀ ਹੈ ਕਿ ਡਰਨਾ ਨਹੀਂ, ਲੜੋ। ਤੁਸੀਂ ਇਹ ਨਹੀਂ ਸੋਚਣਾ ਮੈਂ ਇਕੱਲਾ ਲੜ ਰਿਹਾ। ਕਿਉਂ ਉਹਨਾਂ ਨੇ ਕਿਹਾ ਕਿ ਇੱਕ ਜਣਾ 1.25 ਲੱਖ ਦੇ ਬਰਾਬਰ ਹੈ? 1.25 ਲੱਖ ਬੁਰੇ ਲੋਕ ਹੋਣਗੇ, ਜਜ਼ਬਾ ਉਹ ਹੋਣਾ ਚਾਹੀਦਾ ਹੈ। ਦੇਖੋ, ਮੈਂ ਆਪਣੇ ਹਰ ਇੰਟਰਵਿਊ 'ਚ ਕਹਿੰਦਾ, ਫਤਿਹ ਤਾਂ ਸੱਚਾਈ ਦੀ ਗੁਰੂ ਸਾਹਿਬ ਨਿਸ਼ਚਿਤ ਕਰ ਗਏ। ਹਾਂ, ਸੋ ਟਾਈਮ ਲੱਗੇ, ਕੋਈ ਗੱਲ ਨਹੀਂ। ਟਾਈਮ ਲੱਗੇ। ਦੇਖੀ 84 ਵਿੱਚ ਜਿਵੇਂ ਉਹ ਲੇਡੀ ਜਿਹੜੇ ਖੜੇ ਰਹੇ ਨੇ, ਉਹ 2 ਲੇਡੀਜ਼ ਖੜੀਆਂ ਰਹੀਆਂ, ਐਂਡ ਉਹਨਾਂ ਦੀ ਜਿਹੜੀ
ਅੱਖੀ ਦੇ ਕੇ ਅਕਾਊਂਟ ਨਹੀਂ ਬਦਲਿਆ ਕਿ ਜੱਜ ਨੂੰ ਨੂੰ ਕਹਿਣਾ ਪਿਆ ਕਿ ਨਹੀਂ ਭਾਵੇਂ 35 ਸਾਲ ਬਿਲਕੁਲ। ਲੱਗੇ। ਹੁਣ ਇੱਕ ਛੋਟੀ ਜਿਹੀ ਗੱਲ ਮੈਨੂੰ ਦੱਸੋ, ਐਜ਼ ਅ ਮਦਰ ਤੁਸੀਂ ਆਪਣੇ ਬੱਚਿਆਂ ਨੂੰ ਕੀ ਐਗਜ਼ਾਮਪਲ ਦਿੰਦੇ ਹੋ? ਉਹਨਾਂ ਲੋਕਾਂ ਦੀ ਜਿਹੜੇ ਗਲਤ ਸਿਸਟਮ ਨੂੰ ਗਲਤ ਬਣਾ ਗਏ, ਜਾਂ ਉਹ ਲੋਕ ਜਿਹੜੇ ਇੱਕ ਜਣਾ ਵੀ ਸਿਸਟਮ ਦੇ ਖਿਲਾਫ ਖੜਾ ਹੋ ਕੇ ਐਗਜ਼ਾਮਪਲ ਸੈੱਟ ਕਰ ਗਿਆ? ਉਹੀ ਚੀਜ਼ ਅਸੀਂ ਦੇਖਣੀ ਹੈ ਕਿ ਇੱਕ ਜਾਣੇ ਨੇ ਜੇ ਖੜਾ ਹੋਣਾ ਸ਼ੁਰੂ ਕਰਤਾ ਸਿਸਟਮ ਦੇ ਖਿਲਾਫ, ਤੇ ਸਿਸਟਮ ਕਿਵੇਂ ਨਹੀਂ ਸੁਧਰੂਗਾ? ਔਰ ਪਬਲਿਕ ਖੜੀ ਹੋਣੀ ਸ਼ੁਰੂ ਹੋ ਗਈ ਹੈ ਤੁਹਾਡੇ ਸਾਹਮਣੇ। ਉਹਨਾਂ ਨੇ ਇਲੈਕਸ਼ਨ ਦੇ ਵਿੱਚ ਇੰਨੀਆਂ ਸਰਕਾਰਾਂ, ਇੰਨੇ ਵੱਡੇ ਲੀਡਰਸ ਹਰਾਤੇ, ਪ੍ਰੈਜ਼ੈਂਟ ਗਵਰਨਮੈਂਟ ਨੂੰ ਵੀ ਵਾਰਨਿੰਗਸ ਦੇਤੀਆਂ, ਉਹ ਨਹੀਂ ਰਿਅਲਾਈਜ਼ ਕਰ ਰਹੇ। ਅਗਲਾ ਮੈਂਡੇਟ ਫਿਰ ਇਹਨਾਂ ਦੇ ਅਗੇਂਸਟ ਆ ਜਾਊਗਾ ਪ੍ਰੈਜ਼ੈਂਟ ਗਵਰਨਮੈਂਟ ਦੇ, ਉਹਦੇ 'ਚ ਕਿਹੜੀ ਗੱਲ ਹੈ? ਬਟ ਪਬਲਿਕ ਵੀ ਅਵੇਅਰ ਹੈ, ਲੜਨ ਲਈ ਵੀ ਤਿਆਰ ਹੈ, ਲੜਨ ਲਈ ਲੀਗਲੀ ਮੈਂ ਕਹਿ ਰਿਹਾ। ਲੇਕਿਨ ਇਸ ਤੇ ਮੈਂ ਆਪਣਾ ਇਸ ਪਾਰਟ ਨੂੰ ਕੰਕਲੂਡ ਕਰਕੇ ਸੈਕਿੰਡ ਪਾਰਟ ਤੇ ਆਉਂਦੀ ਹਾਂ। ਸੋ ਸਾਡੇ ਨਾਲ ਪਲੀਜ਼ ਇਸ ਗੱਲ ਨੂੰ ਜਿਹੜਾ ਇਹ ਜ਼ਖਮ ਹੈਗਾ, ਇਹਦਾ ਪੰਜਾਬ ਦੇ ਫੈਬਰਿਕ ਤੇ ਕੀ ਅਸਰ ਪੈ ਰਿਹਾ ਪਿਛਲੇ ਜ਼ਖਮਾਂ ਦੇ ਨਾਲ, ਸੋ ਤੁਸੀਂ ਕਹਿ ਰਹੇ ਹੋ ਕਿ ਲੜਨਾ ਕਿਸ ਤਰ੍ਹਾਂ ਹੈਗਾ, ਉਹ ਤੇ ਅਸੀਂ ਆਵਾਂਗੇ। ਬਟ ਇਸ ਇੰਟਰਵਿਊ ਲਈ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।